ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਨਿੱਘਾ ਜੀ ਆਇਆਂ ਨੂੰ ਆਖਦੇ ਹਾਂ ਜੀ ਇੱਕ ਵਾਰੀ ਫਿਰ ਦਵਿੰਦਰ ਕੌਰ ਫਾਊਂਡੇਸ਼ਨ ਦੇ ਇਸ ਪੇਜ ਤੇ ਸ਼ੁਰੂ ਹੋਣ ਲੱਗੀ ਹੈ ਜੀ ਗੁਰਮਤ ਆਓ ਪੰਜਾਬੀ ਸਿੱਖੀਏ ਕੈਂਪ ਦੀ ਕਲਾਸ। ਅੱਜ ਕਲਾਸ ਥੋੜੀ ਜੀ ਲੇਟ ਹੋ ਗਈ ਕਿਉਂਕਿ ਸਾਡੇ ਜਿਹੜੇ ਸਰ ਨੇ ਉਹ ਕਾਫੀ ਮਸ਼ਰੂਫ ਨੇ, ਉਹਨਾਂ ਦੇ ਕਾਫੀ ਪ੍ਰੋਗਰਾਮਸ ਹੁੰਦੇ ਨੇ ਜਿਨ੍ਹਾਂ ਕਰਕੇ ਅੱਜ ਕਲਾਸ ਥੋੜੀ ਲੇਟ ਹੋ ਗਈ। ਲੇਕਿਨ ਦੇਰ ਆਏ ਤੇ ਦੁਰਸਤ ਆਏ। ਤੇ ਆਓ ਜੀ ਅਸੀਂ ਹੁਣ ਗੱਲ ਕਰਦੇ ਹਾਂ ਇੱਕ ਬੱਚੀ ਨਾਲ ਜੋ ਮਾਂ ਬੋਲੀ ਪੰਜਾਬੀ ਦੇ ਪਿਆਰ ਨਾਲ ਕੁਝ ਲੈ ਕੇ ਆਈ ਹੈ। ਉਸ ਤੋਂ ਬਾਅਦ ਇਸ ਕਲਾਸ ਦੀ ਆਰੰਭਤਾ ਤੁਹਾਡੇ ਹਰਮਨ ਪਿਆਰੇ ਸਰ ਸਰਦਾਰ ਗਗਨਦੀਪ ਸਿੰਘ ਜੀ ਕਰਨਗੇ। ਮੈਂ ਇੱਕ ਵਾਰੀ ਦੱਸਦਾ ਕਿ ਇਸ ਟਾਈਮ ਅਸੀਂ 300 ਤੋਂ ਉੱਪਰ ਵਿਦਿਆਰਥੀ ਜ਼ੂਮ ਲਿੰਕ ਤੇ ਸ਼ਾਮਿਲ ਹੋ ਚੁੱਕੇ ਹਾਂ ਤੇ ਫੇਸਬੁੱਕ ਪੇਜ ਦਵਿੰਦਰ ਕੌਰ ਫਾਊਂਡੇਸ਼ਨ ਦੇ ਪੇਜ ਤੇ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਸੰਗਤ ਤੱਕ ਇਹ ਗੱਲ ਪਹੁੰਚ ਸਕੇ, ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਕਿ ਅਸੀਂ ਪੰਜਾਬੀ ਭਾਸ਼ਾ ਸਿੱਖਣ ਦੇ ਕਿੰਨੇ ਇੱਛੁਕ ਹਾਂ ਤੇ ਪੰਜਾਬੀ ਭਾਸ਼ਾ ਸਿੱਖਣ ਵਾਸਤੇ ਕਿੰਨੇ ਦੂਰੋਂ ਮੈਂ ਤੁਹਾਨੂੰ ਦੱਸਦਾ ਉਜੈਨ, ਸਿੱਕਿਮ, ਖਾਸ ਤੌਰ ਤੇ ਕੇਰਲਾ ਤੋਂ ਸਾਡੇ ਨਾਲ ਬੱਚੇ ਵਿਦਿਆਰਥੀ ਜੁੜੇ ਹੋਏ ਨੇ ਔਰ ਇਸ ਤੋਂ ਬਾਅਦ ਪੰਜਾਬ, यूपी, हरियाणा, बिहार, हिमाचल प्रदेश और 3 ਬੱਚੇ ਸਾਡੇ ਨਾਲ ਜੁੜੇ ਨੇ ਉਜੈਨ ਤੋਂ। ਤੇ ਬਹੁਤ ਧੰਨਵਾਦ ਸਾਰੇ ਵਿਦਿਆਰਥੀਆਂ ਦਾ ਕਿਉਂਕਿ ਇਹਦੇ ਚ ਉਮਰ ਦੀ ਕੋਈ ਸੀਮਾ ਨਹੀਂ ਹੈ। ਬਹੁਤ ਧੰਨਵਾਦ। ਹੁਣ ਮੈਂ ਤੁਹਾਡੇ ਸਾਹਮਣੇ ਰੂਬਰੂ ਕਰਾਉਣ ਲੱਗੀ ਆ ਬੱਚੀ ਸਿਮਨੀਤ ਕੌਰ ਨੂੰ ਜੋ ਤੁਹਾਡੇ ਨਾਲ ਕੁਝ ਗੱਲਾਂ ਮਾਂ ਬੋਲੀ ਪੰਜਾਬੀ ਵਾਸਤੇ ਸਾਂਝੀ ਕਰੇਗੀ। ਉਸ ਤੋਂ ਬਾਅਦ ਸਰਦਾਰ ਗਗਨਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਅੰਗਰੇਜ਼ੀ ਲਿਖ ਅੰਗਰੇਜ਼ੀ ਇਹ ਵੀ ਇੱਕ ਅਮੀਰੀ, ਸਿੱਖ ਅੰਗਰੇਜ਼ੀ ਲਿਖ ਅੰਗਰੇਜ਼ੀ ਇਹ ਵੀ ਇੱਕ ਅਮੀਰੀ। ਪਰ ਨਾ ਭੁੱਲੀ ਜਿਉਣ ਜੋਗਿਆ, ਪਰ ਨਾ ਭੁੱਲੀ ਜਿਉਣ ਜੋਗਿਆ, ਊੜਾ ਐੜਾ ਈੜੀ, ਪਰ ਨਾ ਭੁੱਲੀ ਜਿਉਣ ਜੋਗਿਆ, ਊੜਾ ਐੜਾ। ਤੁਹਾਡੇ ਸਭ ਦਾ ਮੈਂ ਸਿਮਨੀਤ ਕੌਰ ਸਵਾਗਤ ਕਰਦੀ ਹਾਂ ਤੇ ਅੱਜ ਮੈਂ ਪੰਜਾਬੀ ਗੁਰਮੁਖੀ ਦੇ ਬਾਰੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਾ। ਪੰਜਾਬ ਹੈਗਾ ਹੈ ਉਹ ਇੱਕ ਫਾਰਸੀ ਵਰਡ। ਪੰਜ means 5, ਆਬ means ਦਰਿਆ river। ਪੰਜ means 5 ਤੇ ਆਬ means ਦਰਿਆ river। ਗੁਰਮੁਖੀ ਜਿਹੜੀ ਸਕ੍ਰਿਪਟ ਹੈਗੀ ਉਹ ਕੋਡੀਫਾਈਡ ਕੀਤੀ ਸੀ ਸਿੱਖੀਜ਼ਮ ਦੇ ਸਿੱਖ ਧਰਮ ਦੇ ਸੈਕੰਡ ਗੁਰੂ ਨੇ ਜੋ ਕਿ ਹੈ ਗੁਰੂ ਅੰਗਦ ਦੇਵ ਜੀ। ਗੁਰਮੁਖੀ ਉਹਨਾਂ ਨੇ ਕੋਡੀਫਾਈ ਤੇ ਗੁਰਮੁਖੀ ਦੇ ਅੰਦਰ 35 ਲੈਟਰਸ ਹੈਗੇ ਨੇ ਤੇ ਇਸ ਵਕਤ ਅਸੀਂ ਉਹਨੂੰ 35 ਅੱਖਰੀ ਕਹਿੰਦੇ ਆ। ਸੋ ਜਿਹੜੀ ABC ਹੈਗੀ ਪੰਜਾਬੀ ਦੀ ਅਸੀਂ ਇਹਨੂੰ ਬੋਲਾਂਗੇ 35 ਅੱਖਰੀ। ਗੁਰੂ ਮਹਾਰਾਜ ਨੇ ਇਸ ਲੈਂਗੁਏਜ ਨੂੰ ਪੰਜਾਬੀ ਨੂੰ ਗੁਰਮੁਖੀ ਨੂੰ ਬਹੁਤ ਲੌਜੀਕਲ ਤੇ ਈਜ਼ੀ ਲੈਂਗੁਏਜ ਬਣਾਇਆ ਹੈ। ਇਹ ਲਰਨ ਕਰਨ ਵਿੱਚ ਵੀ ਬਹੁਤ ਜ਼ਿਆਦਾ ਈਜ਼ੀ ਹੈਗੀ ਹੈ। ਇਹ ਹਿੰਦੀ ਤੇ ਇੰਗਲਿਸ਼ ਤੋਂ ਬਹੁਤ ਜ਼ਿਆਦਾ ਲੌਜੀਕਲ ਵੀ ਹੈਗੀ ਹੈ ਤੇ ਅਗਰ ਤੁਸੀਂ ਪੰਜਾਬੀ ਨੂੰ ਲਰਨ ਕਰਨਾ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ, ਬੋਲਣਾ ਚਾਹੁੰਦੇ ਹੋ ਤੇ ਲਿਖਣਾ ਚਾਹੁੰਦੇ ਹੋ, ਇਹ ਵੀ ਤੁਹਾਡੇ ਸਭ ਦੇ ਵਾਸਤੇ ਬਹੁਤ ਜ਼ਿਆਦਾ ਈਜ਼ੀ ਲੈਂਗੁਏਜ ਹੈਗੀ ਹੈ। ਅਸੀਂ ਇਹਨੂੰ ਫਟਾਫਟ ਬੋਲ ਸਕਦੇ ਹਾਂ। ਸਾਰੇ ਕਹਿੰਦੇ ਨੇ ਕਿ ਜਿਹੜੀ ਪੰਜਾਬੀ ਬੋਲੀ ਹੈ ਉਹ ਸਿਰਫ ਸਿੱਖਾਂ ਦੀ ਬੋਲੀ ਹੈ। ਨਹੀਂ ਜੀ, ਪੰਜਾਬੀ ਸਭ ਦੀ ਬੋਲੀ ਹੈ। ਇਹਨੂੰ ਮੁਸਲਿਮ, ਸਿੱਖ, ਹਿੰਦੂ ਤੇ ਕ੍ਰਿਸਚੀਅਨ ਸਾਰੇ ਬੋਲ ਸਕਦੇ ਨੇ। ਜਿਹੜੀ ਸਾਡੀ ਪੰਜਾਬੀ ਬੋਲੀ ਹੈਗੀ ਹੈ ਇੱਕ ਸਿੰਕ੍ਰੋਨਿਕ ਡਾਇਗ੍ਰਾਫੀਆ ਹੈਗੀ ਹੈ। ਇੱਕ ਸਿੰਕ੍ਰੋਨਿਕ ਡਾਇਗ੍ਰਾਫੀਆ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਸਿੰਕ੍ਰੋਨਿਕ ਡਾਇਗ੍ਰਾਫੀਆ ਦਾ ਮਤਲਬ। ਸਿੰਕ੍ਰੋਨਿਕ ਡਾਇਗ੍ਰਾਫੀਆ ਦਾ ਮਤਲਬ ਹੁੰਦਾ ਹੈ ਕਿ ਕਿਸੇ ਵੀ ਲੈਂਗੁਏਜ ਨੂੰ ਡਿਫਰੈਂਟ ਵੇਜ਼ ਵਿੱਚ ਲਿਖਿਆ ਜਾਵੇ, ਬੋਲਿਆ ਜਾਵੇ ਤੇ ਪੜ੍ਹਿਆ ਜਾਵੇ। ਤੇ ਫਰਸਟ ਜਿਹੜਾ ਵੇ ਹੈਗਾ ਹੈ ਪੰਜਾਬੀ ਮਾਂ ਬੋਲੀ ਦਾ ਉਹ ਹੈਗਾ ਹੈ ਸ਼ਾਹਮੁਖੀ। ਸ਼ਾਹਮੁਖੀ ਨੂੰ ਪਾਕਿਸਤਾਨ ਵਿੱਚ ਮੁਸਲਿਮ ਲਿਖਦੇ ਨੇ ਤੇ ਬੋਲਦੇ ਵੀ ਨੇ। ਤੇ ਜਿਹੜਾ ਦੂਜਾ ਵੇ ਹੈਗਾ, ਦੂਜਾ ਜਿਹੜਾ ਤਰੀਕਾ ਹੈਗਾ ਹੈ ਉਹ ਹੈਗਾ ਹੈ ਸਾਡਾ ਗੁਰਮੁਖੀ, ਜਿਹੜੀ ਇੰਡੀਆ ਤੇ ਕੈਨੇਡਾ ਤੇ UK ਵਿੱਚ ਬੋਲੀ ਜਾਂਦੀ ਹੈ। ਸ਼ਾਹਮੁਖੀ ਸਿੱਖ, ਹਿੰਦੂ ਤੇ ਕ੍ਰਿਸਚੀਅਨ ਵੀ ਬੋਲਦੇ ਨੇ। ਇਹ ਮਤਲਬ ਹੁੰਦਾ ਹੈ ਸਿੰਕ੍ਰੋਨਿਕ ਡਾਇਗ੍ਰਾਫੀਆ ਦਾ। ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈਗੀ ਹੈ
उस स्टैंडर्ड के हिसाब नाल लैंग्वेज ਹੁੰਦੀ ਹੈ स्टैंडर्ड ਦੇ ਹਿਸਾਬ ਨਾਲ इन सेंस कि अगर तुसी आए हो पंजाब तो ਤੁਹਾਨੂੰ ਪੰਜਾਬੀ बहुत अच्छी तरीके नाल आंदी होएगी बहुत अच्छी तरीके नाल पर अगर तुसी दिल्ली आ गए हो ਤੇ ਤੁਹਾਨੂੰ ਆਪਣੇ ਸਟੈਂਡਰਡ ਨਾਲ ਤੁਸੀਂ ਲੈਂਗੁਏਜ ਚੁਣਦੇ ਯਾਨੀ ਕਿ ਹਿੰਦੀ ਤੁਹਾਨੂੰ ਬੋਲੋਗੇ ਤਾਂ ਕਿ ਤੁਸੀਂ ਆਪਣਾ ਸਟੈਂਡਰਡ ਦਿਖਾ ਸਕੋ मैं ਇਹ नहीं कह रही कि भाषा पहाड़ी हैगी है मैं हर भाषा का उन्ना ही सत्कार करती हाँ उन्ना सत्कार करती हाँ जिन्ना मैं अपनी पंजाबी मां बोली दा करती हाँ ते आओ अपनी पंजाबी मां बोली नू प्रमोट करिए लिखिए पढ़िए ते बोलिए उन्ना ही सत्कार करो अपनी पंजाबी मां बोली दा जिन्ना तुसी होर भाषावां दा करदे हो जिवें तुसी अंग्रेजी दा करदे हो ते हिंदी दा करदे हो उस तो बाद सत्कार करो अपनी पंजाब मां बोली दा ਤੇ ਅੱਜ ਮੈਂ ਤੁਹਾਨੂੰ ਕੁਝ ਵਿਖਾ ਰਹੀ ਹਾਂ ਆਈ ਹੋਪ ਸੋ ਇਹ ਤੁਹਾਨੂੰ ਵਿਖ ਰਿਹਾ ਹੋਵੇਗਾ ਇਹ ਹੈਗੀ ਹੈ ਪ੍ਰੇਰਨਾਤਮਕ 35 ਅੱਖਰੀ ਜਿਵੇਂ ਅਸੀਂ ਬੋਲਦੇ ਹਾਂ ਊੜੇ ਤੋਂ ਊਂਠ ਹੁੰਦਾ ਹੈ ਐੜੇ ਤੋਂ ਅੰਗ ਹੁੰਦਾ ਹੈ ਪਰ ਅੱਜ ਅਸੀਂ ਮੈਂ ਤੁਹਾਨੂੰ ਸਿਖਾਵਾਂਗੀ ਪ੍ਰੇਰਨਾਤਮਕ 35 ਅੱਖਰੀ ਇਹ ਮੈਂ ਹੋਰ ਤੁਹਾਨੂੰ ਕਲੋਜ਼ ਅਪ ਕਰਕੇ ਦਿਖਾਣੀ ਹੈ ਤਾਂ ਕਿ ਤੁਸੀਂ ਸਾਰੇ ਦੇਖ ਲਓ ਤੇ ਮੈਂ ਹੁਣ ਤੁਹਾਨੂੰ ਦਿਖਾਣੀ ਆ ਊੜਾ ਊੜਾ ਜਿਹੜਾ ਹੈਗਾ ਹੈ ਊੜੇ ਤੋਂ ਊੜਾ ਊੜਾ ਤੋਂ ਅਸੀਂ ਊਠ ਬੋਲਦੇ ਹਾਂ ਪਰ ਪ੍ਰੇਰਨਾਤਮਕ 35 ਅੱਖਰੀ ਵਿੱਚ ਊੜੇ ਤੋਂ ਹੈ ਉੱਠ ਸਵੇਰੇ ਜਾਗ ਅਸੀਂ ਸੋ ਰਹੇ ਹੁੰਦੇ ਤੇ ਸਵੇਰੇ ਉੱਠਦੇ ਹਾਂ ਤੇ ਊੜੇ ਤੋਂ ਸਭ ਤੋਂ ਪਹਿਲਾਂ ਉੱਠ ਸਵੇਰੇ ਜਾਗ ਫਿਰ ਆਉਂਦਾ ਹੈ ਸਾਡਾ ਐੜਾ ਐੜਾ ਐੜੇ ਤੋਂ ਹੋਏਗਾ ਆਲਸ ਦੀ ਨੀਂਦ ਤੇ ਅਸੀਂ ਉੱਠਦੇ ਹਾਂ ਤਾਂ ਸਾਨੂੰ ਬੜਾ ਆਲਸ ਹੁੰਦਾ ਕਿ ਚਲੋ ਬਈ 5 ਮਿੰਟ ਹੋਰ ਸੋ ਜਾਈਏ 10 ਮਿੰਟ ਹੋਰ ਸੋ ਜਾਈਏ ਸਾਨੂੰ ਆਲਸ ਨੂੰ ਛੱਡ ਦੇਣਾ ਜਿਵੇਂ ਅਸੀਂ ਸਵੇਰੇ ਉੱਠੇ ਆਲਸ ਸਾਈਡ ਤੇ ਰੱਖੋ ਤੇ ਫਟਾਫਟ ਉੱਠ ਜਾਓ ਫਿਰ ਆਂਦੀ ਸਾਡੀ ਈੜੀ ਇਹਦਾ ਮਤਲਬ ਹੁੰਦਾ ਹੈ ਪ੍ਰੇਰਨਾਤਮਕ 35 ਅੱਖਰੀ ਹੁਣ ਈੜੀ ਹੋਈ ਇਸ਼ਨਾਨ ਕਰੇ ਹੁਣ ਅਸੀਂ ਬਾਤ ਕਰਦੇ ਹਾਂ बात करते हैं ना ते बात का मतलब ही इशनान हुंदा है ते ईडी तो हुई साडी इशनान करे बात करो जिवें तुसी उठे आलस ना होया आलस छੱਡ दो ते फटाफट वॉशरूम जाओ बाथरूम जाओ ते इशनान करो बात करो हुन साडे अंदर सस्ता सस्ता सस्ते तो होएगा साफ दंद कर सारे ਅਸੀਂ ਬ੍ਰਸ਼ ਕਰਦੇ ਆ ਰੋਜ਼ ਜਿਵੇਂ ਅਸੀਂ ਵਾਸ਼ਰੂਮ ਜਾਂਦੇ ਆ ਤੇ ਅਸੀਂ ਬ੍ਰਸ਼ ਕਰਦੇ ਆ ਬ੍ਰਸ਼ ਦਾ ਮਤਲਬ ਇਹ ਹੁੰਦਾ ਹੈ ਕਿ ਸਾਫ਼ ਕਰੋ ਆਪਣੇ ਦੰਦ ਬ੍ਰਸ਼ ਕਰੋ ਆਪਣੇ ਸਾਰੇ ਦੰਦਾਂ ਠੀਕ ਹੈ ਤੇ ਹਾਂ 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 ਆਏਗਾ ਪਾਹੇ ਤੋਂ ਹੋਏਗਾ ਹੱਥਾਂ ਵਿੱਚ ਗੁੱਟਾ ਸਾਹਿਬ ਲੈ ਕੇ ਅਸੀਂ ਇਸ਼ਨਾਨ ਉੱਠੇ ਸਵੇਰੇ ਫਿਰ ਅਸੀਂ ਆਲਸ ਨੂੰ ਛੱਡ ਦਿੱਤਾ ਫਿਰ ਹੋਇਆ ਇਸ਼ਨਾਨ ਅਸੀਂ ਕਰਿਆ ਫਿਰ ਅਸੀਂ ਬ੍ਰਸ਼ ਕਰਿਆ ਹੁਣ ਹਾਹਾ ਆ ਗਿਆ ਹਾਹਾ ਕੀ ਹੈ ਗੁਟਕਾ ਗੁਟਕੇ ਨੂੰ ਅਸੀਂ ਫੜਿਆ ਠੀਕ ਹੈ ਗੁਟਕੇ ਅਸੀਂ ਰੋਜ਼ ਸਵੇਰੇ ਸਾਨੂੰ ਪਾਠ ਕਰਨਾ ਚਾਹੀਦਾ ਹੈ ਫਿਰ ਹੁਣ ਆਇਆ ਸਾਡਾ ਕੱਕਾ ਆਈ ਹੋਪ ਤੁਹਾਨੂੰ ਮੇਰਾ ਬੋਰਡ ਵਿਜ਼ਿਬਲ ਹੋਏਗਾ ਕੱਕੇ ਤੋਂ ਆਇਆ ਸਾਡਾ ਕਰ ਲੈ ਪਾਠ ਤੂੰ ਬਹਿ ਕੇ ਕਰ ਲੈ ਪਾਠ ਬਹਿ ਕੇ ਗੁਟਕਾ ਫੜਿਆ ਪਾਠ ਕਰਿਆ ਤੇ ਇਹਦਾ ਮਤਲਬ ਹੀ कर ले पाठ बैठे खखा खखे की बारी खखा आ गया हुन खखा है साडा खुशी खुशी पढ़ पानी खुशी ਅਸੀਂ पानी पढ़ांगे ते फिर गग्गा ज्ञानवान हो प्राणी ज्ञान करो पढ़ो ते ज्ञानी हो जाओ फिर कग्गा कग्गा आया वो होएगा कार विच ही ना बैठ जाए कार विच ਅਸੀਂ ਬੈਠੇ ਰਹਿਣਾ ਕੋਈ ਸਾਨੂੰ ਕੰਮ ਹੁੰਦਾ ਹੈ ਨਹੀਂ ਤੇ ਕਾਰ ਵਿੱਚ ਨਾ ਬੈ ਫਿਰ ਆਂਦੇ ਸਾਡਾ ਚੱਚਾ ਚੱਲ ਤੂੰ ਗੁਰਦੁਆਰੇ ਸਭ ਕੁਝ ਅਸੀਂ ਕਰ ਲਿਆ ਹੁਣ ਸਾਨੂੰ ਰੋਜ਼ ਸਵੇਰੇ ਸਵੇਰੇ ਗੁਰਦੁਆਰੇ ਵੀ ਜਾਣਾ ਹੁੰਦਾ ਹੈ ਹੁਣ ਹੈਗਾ ਛੱਛਾ ਛੱਡ ਦੇ ਔਗੁਣ ਸਾਰੇ ਛੱਡ ਦੋ ਸਾਰੇ ਔਗੁਣ ਫਿਰ ਆਏਗਾ ਜੱਜਾ ਜਗਤ ਗੁਰੂ ਨੂੰ ਵੇਖ ਜਿਹੜਾ ਜਗਤ ਹੈ ਗੁਰੂ ਜਗਤ ਗੁਰੂ ਨੂੰ ਵੇਖ ਵਾਹਿਗੁਰੂ ਜੀ ਨੂੰ ਦੇਖੋ ਫਿਰ ਹੈ ਝੱਜਾ ਚੁੱਕ ਕੇ ਮੱਥਾ ਟੇਕ ਗੁਰਦੁਆਰੇ ਗਏ ਅਸੀਂ ਥੱਲੇ में ਬੈਂਡ ਕਰਦੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਾਡੇ ਪ੍ਰੈਜ਼ੈਂਟ ਗੁਰੂ ਹੈਗੇ ਨੇ ਉਹਨਾਂ ਨੂੰ ਅਸੀਂ ਬੈਂਡ ਕਰਕੇ ਮੱਥਾ ਟੇਕਦੇ ਆ ਤੇ ਇਹਦਾ ਮਤਲਬ ਇਹ ਚੁੱਕ ਕੇ ਮੱਥਾ ਟੇਕ ਫਿਰ ਹੈ ਸਾਡਾ ਟੱਟਾ ਟੈਂਕਾ ਟੁੱਟੀ ਗਾਰਡਨ ਹਾਰਾ
जोड़ ते फिर ठट्ठा ठोकर तू ना खावी, जो ऐसी है मैं एवं अगर ठोकर खा ली है मैं गिर गई एवं का मतलब ठोकर। डड्डा डोल किधर है ना जावी, डोलते रहंदे आ असी ते डोल असी नहीं कि डर जाते हैं एवं डोलना नहीं है सानू। फिर आएगा अनाना, जानी चार चुडेरे चुफेरे, ठीक है। फिर तत्ता त्याग तू मेरी, त्याग तू मेरी मेरी, मतलब मैं नहीं करना, सेल्फिश नहीं बनना कि ए भी मेरा है तुसी दे दो, मैं अपने आप दे बारे में सोचना, सानू हर एक दे बारे सोचना है ते मेरा मेरा नहीं करना कि ए भी मेरा है भी मेरा है, सेल्फिश नहीं बनना बिल्कुल भी। फिर साडा आएगा ठट्ठा, थोड़ जिंदगी तेरी, थोड़ जिंदगी तेरी। फिर है गद्दा, दिल ना कदे दुखानी, किसी दा दिल असी कदे भी नहीं दुखाना, ए मैं तुहानू ए देखो सामने, दिल असी कदे कदी भी किसी दा नहीं दुखाना है। फिर तद्दा ਧਿਆਨ ਨਾਮ ਵਿੱਚ ਲਾਵੀਂ, ਧਿਆਨ ਨਾਮ ਵਿੱਚ ਵਾਹਿਗੁਰੂ 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 ਵਿੱਚ ਨਾਮ ਲਾਵੀਂ, ਆਪਣਾ ਸਿਮਰਨ ਕਰੋ ਤੇ ਨਾਮ ਲਾਵੀਂ। ਫਿਰ ਨੰਨਾ ਨਿੰਦਿਆ ਚੁਗਲੀ ਛੱਡ ਦੇ, ਨਿੰਦਿਆ ਚੁਗਲੀ ਉਹਨੇ ਐਵੇਂ ਕਰ ਰਹੀ ਸੀ, ਉਹਨੇ ਐਵੇਂ ਕਰ ਰਹੀ ਸੀ, ਉਹ ਐਵੇਂ ਹੁੰਦੀ ਏ, ਐਵੇਂ ਚੁਗਲੀਆਂ ਕਰਨਾ ਤੇ ਸਾਨੂੰ ਨਹੀਂ ਕਰਨਾ ਚਾਹੀਦਾ। ਫਿਰ ਹੈ ਪੱਪਾ, ਪੱਪਾ ਪਾਪ ਦਿਲੋਂ ਤੂੰ ਕੱਢ ਦੇ, ਜਿੰਨੇ ਵੀ ਅਸੀਂ ਪਾਪ ਕੀਤੇ ਨੇ, ਪਾਪ ਜਿਹੜੇ ਗੰਦੇ ਕੰਮ ਹੁੰਦੇ ਨੇ ਪਾਪ, ਉਹਨਾਂ ਨੂੰ ਛੱਡ ਦੋ ਤੁਸੀਂ ਸਾਰੇ। ਫਿਰ ਹੈ ਪੱਪਾ ਫੇਰ ਨਹੀਂ ਇੱਥੇ ਆਉਣਾ, ਫੇਰ ਨਹੀਂ ਇੱਥੇ ਆਉਣਾ ਦਾ ਮਤਲਬ ਕਿ ਅਸੀਂ ਇੱਥੇ ਦੁਬਾਰਾ ਨਹੀਂ ਆਉਣਾ, ਪਾਪ ਦੀ ਜਿਹੜੀ ਘੜੀ ਹੈਗੀ ਉਹਦੇ ਤੇ ਅਸੀਂ ਕਦੀ ਵੀ ਨਹੀਂ ਆਣਾ। ਬੱਬਾ ਬਾਅਦ ਚ ਪਾ ਪਛਤਾਉਣਾ, ਅਗਰ ਤੁਸੀਂ ਵੇਖੋ ਪਾਪ ਹੈ ਤੁਹਾਡੇ ਮਨ ਦੇ ਅੰਦਰ, ਪੱਪੇ ਤੋਂ ਅਸੀਂ ਪੜਿਆ ਨਾ ਪਾਪ, ਤਾਂ ਉਹਨਾਂ ਨੂੰ ਛੱਡ ਦੋ। ਫਿਰ ਹੈ ਪੱਕਾ ਫੇਰ ਨਹੀਂ ਇੱਥੇ ਆਉਣਾ, ਮਤਲਬ ਪਾਪ ਦੀ ਜਿਹੜੀ ਜਗ੍ਹਾ ਹੈਗੀ ਉੱਥੇ, ਪਾਪ ਦੀ ਜਿਹੜੀ ਘੜੀ ਹੈਗੀ ਉੱਥੇ ਕਦੀ ਵੀ ਨਹੀਂ ਆਣਾ। ਤੇ ਜਿਹੜਾ ਬੱਬਾ ਹੈਗਾ ਉਹਨੇ ਬਾਅਦ ਚ ਬਹੁਤ ਪਛਤਾਣਾ, ਅਗਰ ਤੁਸੀਂ ਬਾਅਦ ਵਿੱਚ ਫਿਰ ਤੋਂ ਆ ਗਏ ਉਸੇ ਪਾਪ ਦੀ ਘੜੀ ਤੁਸੀਂ ਬਹੁਤ ਪਛਤਾਓਗੇ, ਤੁਹਾਨੂੰ ਬਹੁਤ ਬਹੁਤ ਪਛਤਾਵਾ ਹੋਏਗਾ ਆਪਣੀ ਹਰਕਤ ਦਾ। ਫਿਰ ਹੈ ਪੱਬਾ ਪਲਾ ਸਰਬਤ ਦਾ ਪਰ ਪਲਾ ਸਰਬਤ ਦਾ ਲੋਚੀ। ਫਿਰ ਹੈ ਮੰਮਾ, ਸਭ ਦਾ ਮਤਲਬ ਸੋਚੋ ਤੇ ਮੰਮਾ ਹੈਗਾ ਮਾੜਾ ਕਦੇ ਨਾ ਸੋਚੇ, ਸਾਨੂੰ ਕਿਸੇ ਦਾ ਵੀ ਬੁਰਾ ਨਹੀਂ ਸੋਚਣਾ, ਆਪਣੇ ਬਾਰੇ ਨਹੀਂ ਸੋਚਣਾ ਤੇ ਸਭ ਦਾ ਚੰਗਾ ਸੋਚਣਾ ਹੈ ਸਰਬਤ ਦੇ ਵਾਸਤੇ। ਯਾ ਯਾਦ ਮੌਤ ਤੂੰ ਰੱਖੀ, ਤਾਂ ਤੁਸੀਂ ਪਾਪ ਕਰ ਰਹੇ ਹੋ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਜਾਓ, ਮੌਤ ਨੂੰ ਹਮੇਸ਼ਾ ਯਹੀ ਦਾ ਮਤਲਬ ਹੈ ਯਾਦ ਰੱਖਣਾ ਹਮੇਸ਼ਾ ਮੌਤ ਨੂੰ। ਫਿਰ ਹੈ ਰਾਰਾ, रख बसाले अखी, रख बसाले अखी, वाहिगुरु वाहिगुरु नाम सिमरत करते जाओ। लल्ला लग गुरुआं दे लड़ तू, गुरुआं ਜਿਹੜੇ ਸਾਡੇ ਸਿੱਖੀਜ਼ਮ ਦੇ 10 ਗੁਰੂ ਹੈਗੇ ਨੇ, ਜਿਹੜੇ ਪ੍ਰੈਜ਼ੈਂਟ ਗੁਰੂ ਹੈਗੇ ਨੇ, ਗੁਰੂ ਗ੍ਰੰਥ ਸਾਹਿਬ ਜੀ, ਲੱਲਾ ਗੁਰੂਆਂ ਦੇ ਲੜ ਲੱਗੋ ਤੁਸੀਂ ਸਾਰੇ, ਵਾਹਿਗੁਰੂ ਸ਼ਬਦ ਪੜੋ ਸਿਮਰਨ ਕਰੋ। ਤੇ ਫਿਰ ਆਂਦਾ ਸਾਡਾ ਵਾਹ, ਵਿਦਿਆ ਰਜਲਟ ਪੜ ਤੂੰ, ਵਿਦਿਆ विद्या मीन्स पढ़ाई, तुसी पढ़ाई करो, बुक्स पढ़ो अपनी, जेडे भी बच्चे हैगे ने जो स्कूल चाहिए कॉलेज हैगे ने, पढ़ो जिन्ना पढ़ सकते हो पढ़ो, ज्ञानी बनो। ते फिर साडा लास्ट है ना अड़ाड़ा, ओए ताड़ ना रखी कोई सब दे अंदर मालिक सोई, मैं एक और बार रिपीट कर दिया, ताड़ ना रखी कोई सब दे अंदर मालक सोई, मतलब वाहिगुरु जेडे हैगे ने सब दे अंदर हैगे ने, सब दे अंदर। ਤੇ ਇਹ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਸੀ ਪ੍ਰੇਰਨਾਤਮਕ 35 ਅੱਖਰੀ, ਆਈ ਹੋਪ ਤੁਹਾਨੂੰ ਵਿਖ ਰਿਹਾ ਹੋਏਗਾ ਜਿਹੜਾ ਬੋਰਡ ਹੈਗਾ ਤੁਸੀਂ ਦੇਖ ਸਕਦੇ ਹੋ। ਤੇ ਜਿੰਨਾ ਹੋ ਸਕੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਲਿਖੀਏ, ਪੜ੍ਹੀਏ, ਸੁਣੀਏ ਤੇ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ, ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ। सिख अंग्रेजी लिख अंग्रेजी यह भी एक अमीरी, सिख अंग्रेजी लिख अंग्रेजी यह भी एक अमीरी, पर ना फुल्ली जीवन जो गया, पर ना फुल्ली जीवन जो गया, ऊड़ा एड़ा ईड़ी, पर ना फुल्ली जीवन जो गया, ऊड़ा एड़ा ईड़ी। अपनी पंजाबी मां बोली ਨੂੰ ਸਾਨੂੰ ਕਦੇ ਵੀ ਨਹੀਂ ਭੁੱਲਣਾ, ਪ੍ਰਮੋਟ ਕਰਨਾ ਹੈ, ਜਿੰਨਾ ਸਿੱਖ ਸਕਦੇ ਹੋ, ਜਿੰਨਾ ਕਲੀਅਰਲੀ ਤੁਸੀਂ ਸਿੱਖ ਸਕਦੇ ਹੋ ਉਹਨਾਂ ਸਿੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਮੈਨੂੰ ਸੁਣ ਪਾ ਰਹੇ ਹਨ? ਦੋ ਮੁੰਨੀ ਅਗਰ ਸੁਣ ਪਾ ਰਹੇ ਹੋ ਤੇ ਅੱਛਾ। ਸਾਰਿਆਂ ਨੂੰ ਮੈਂ ਕਿਹਾ ਸੀ ਕਿ ਹੈਡ ਕਵਰ ਕਰਕੇ ਬੈਠਣਾ ਹੈ,
ਸਾਰਿਆਂ ਦੇ ਹੈਡ ਕਵਰ ਤੇ ਨਹੀਂ ਦਿਖ ਰਹੇ ਮੈਨੂੰ। ਹਰੀ ਅਪ ਗ੍ਰੈਬ ਯੋਰ ਸਕਾਰਫਸ। ਸਾਰੇ ਆਪਣੇ ਸਕਾਰਫ ਲੈ ਕੇ ਆਣਗੇ ਤੇ ਸਿਰ ਨੂੰ ਸੋਹਣੀ ਤਰ੍ਹਾਂ ਢੱਕ ਕੇ ਬੈਠ ਜਾਣਗੇ। ਠੀਕ ਹੈ, ਆਓ ਕਲਾਸ ਦੀ ਸ਼ੁਰੂਆਤ ਕਰਦੇ ਹਾਂ 5 ਟਾਈਮਸ ਵਾਹਿਗੁਰੂ ਬੋਲ ਕੇ। ਫਿਰ ਉਸ ਤੋਂ ਬਾਅਦ ਮੈਂ ਦੱਸਾਂਗਾ ਕਲਾਸ ਵਿੱਚ ਹੁਣੇ ਕੀ ਹੋਇਆ, ਕਿਹੜੇ ਬੱਚੇ ਨੇ ਕੀ ਸੁਣਾਇਆ। ਜੁਆਇਨ ਯੋਰ ਹੈਂਡਸ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਦੀ ਕਲਾਸ ਲੇਟ ਹੋ ਗਈ, 1 ਵਜੇ ਕਲਾਸ ਹੋ ਗਈ ਕਿਉਂਕਿ ਸਰ ਥੋੜਾ ਜਿਹਾ ਬਿਜ਼ੀ ਸਨ, ਸਰ ਦੀ ਕੋਈ ਮੀਟਿੰਗ ਸੀ। ਪਰ ਹੁਣ ਅਸੀਂ ਕਲਾਸ ਲੈ ਰਹੇ ਹਾਂ, ਜੋਸ਼ ਨਾਲ ਕਲਾਸ ਲੈਣੀ ਹੈ। ਸਾਰੇ ਰੈਡੀ ਨੇ ਅੱਜ ਦੀ ਕਲਾਸ ਲਈ? ਦੱਸੋ ਮੈਨੂੰ, ਰੈਡੀ ਹੋ? ਸਪਰਿੰਗ ਤਾਂ ਨਹੀਂ ਲੂਜ਼ ਹੋ ਰਹੇ ਕਿਸੇ ਦੇ? ਵੈਰੀ ਗੁੱਡ। ਅੱਛਾ, ਹੁਣੇ ਸਾਨੂੰ ਸਿਮਨੀਤ ਕੌਰ ਜੀ ਨੇ ਕਿੰਨੀ ਸੋਹਣੀ ਪੋਇਮ ਰਿਸਾਈਟ ਕਰਵਾਈ ਹੈ ਹਨਾ। ਊੜਾ ਉੱਠ ਸਵੇਰੇ ਜਾਗ, ਐੜਾ ਆਲਸ ਤੂੰ ਤਿਆਗ। ਇਹ ਪੋਇਮ ਜਿਹੜੀ ਸਾਨੂੰ ਸੁਣਾਈ ਹੈ, ਮੈਂ ਸਿਮਨੀਤ ਕੌਰ ਨੂੰ ਕਵਾਂਗਾ ਕਿ ਉਹ ਇੱਕ ਗਰੁੱਪ ਵਿੱਚ ਵੀ ਸ਼ੇਅਰ ਕਰ ਦੇਗੀ ਤਾਂ ਕਿ ਸਾਰੇ ਇਸ ਪੋਇਮ ਨਾਲ ਜੁੜ ਜਾਣ ਤੇ ਸਾਨੂੰ ਸਾਰਿਆਂ ਨੂੰ ਪਤਾ ਚਲੇ ਊੜੇ ਦਾ ਮਤਲਬ ਕੀ ਹੈ, ਐੜਾ ਸਾਨੂੰ ਕੀ ਸਮਝਾਉਂਦਾ ਹੈ, ਈੜੀ ਕੀ ਸਮਝਾਉਂਦੀ ਹੈ, ਤੱਦਾ ਸਮਝਾ ਰਹੀ ਸੀ। ਧਿਆਨ ਨਾਲ ਵਾਹਿਗੁਰੂ ਦਾ ਜਾਪ ਕਰ। ਤੇ ਤੁਸੀਂ ਮੈਨੂੰ ਦੱਸੋ, ਮੈਂ ਕਿਹਾ ਸੀ ਰੋਜ਼ 6 ਮਿੰਟਸ ਵਾਹਿਗੁਰੂ ਸਿਮਰਨ ਕਰਨਾ ਹੈ। ਕੌਣ ਕੌਣ ਕਰ ਰਿਹਾ ਵਾਹਿਗੁਰੂ ਸਿਮਰਨ? ਯੈਲੋ ਹੈਂਡ ਰੇਜ਼ ਕਰੋ ਥੱਲੇ, ਜਿਸਨੇ ਵਾਹਿਗੁਰੂ ਸਿਮਰਨ ਕੀਤਾ ਹੈ। ਰੋਜ਼ ਕਰ ਰਹੇ ਹੋ? ਅੱਛਾ, ਸਪਰਿੰਗ ਵੀ ਲੱਗੇ ਹੋਏ ਸਾਰਿਆਂ ਦੇ, ਬੈਟਰੀ ਕਿਸੇ ਦੇ ਵੀਕ ਨਹੀਂ ਹੋਈ। ਵੈਰੀ ਗੁੱਡ। ਓ ਮਾਈ ਗॉड, 70+, ਦੈਟਸ ਰੀਅਲੀ ਨਾਈਸ। ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ, ਠੀਕ ਹੈ। ਔਰ ਝੂਠ ਨਹੀਂ ਬੋਲਣਾ, ਸਿਮਰਨ ਕਰਨਾ ਹੀ ਕਰਨਾ ਹੈ। ਚਲੋ ਹੈਂਡਸ ਡਾਊਨ ਕਰ ਲਓ ਸਾਰੇ। ਦੇਖੋ, ਸਿਮਨੀਤ ਕੌਰ 7ਵੀਂ ਕਲਾਸ ਦੀ ਵਿਦਿਆਰਥਣ ਹੈ। ਉਸਨੇ ਕਿੰਨੀ ਸੋਹਣੀ, ਕਿੰਨੀ ਵੱਡੀ ਪੋਇਮ ਯਾਦ ਕੀਤੀ ਹੋਏਗੀ, ਕਿੰਨਾ ਸੋਹਣਾ ਲੈਕਚਰ ਡਿਲੀਵਰ ਕੀਤਾ, ਸਾਨੂੰ ਸਾਰਿਆਂ ਨੂੰ ਸਮਝਾਇਆ ਕਿ ਸਾਨੂੰ ਵੈਲਿਊ ਕੀ ਹੈ ਹਨਾ, ਕੀ ਹੈ ਪੰਜਾਬੀ ਬੋਲੀ ਦੀ ਵੈਲਿਊ, ਊੜਾ ਐੜਾ ਦੇ ਮਤਲਬ ਕਿਨੇ, ਕਿੰਨੀ ਸੋਹਣੀ ਤਰ੍ਹਾਂ ਸਿਖਾਇਆ ਉਸਨੇ। ਤੇ ਅਸੀਂ ਪਤਾ ਕੀ ਕਰਨਾ ਹੈ, ਹੋਰ ਵੀ ਬੱਚੇ ਜੇ ਕੋਈ ਤਿਆਰੀ ਕਰ ਸਕਦੇ ਨੇ ਪੰਜਾਬੀ ਪੋਇਮ ਦੀ ਜਾਂ ਪੰਜਾਬੀ ਮਾਂ ਬੋਲੀ ਉੱਪਰ, ਤੇ ਉਹ ਬੋਲਣਾ ਚਾਹ ਰਹੇ ਨੇ ਕਲਾਸ ਤੋਂ ਪਹਿਲੇ, ਤੇ ਅਸੀਂ ਉਹਨਾਂ ਨੂੰ ਫੇਸਬੁੱਕ ਤੇ ਲਾਈਵ ਦਿਖਾਵਾਂਗੇ, YouTube ਤੇ ਵੀ ਪਾਵਾਂਗੇ ਉਹਨਾਂ ਦੀ ਵੀਡੀਓ। ਜੇ ਉਹ ਚਾਹ ਰਹੇ ਨੇ ਤੇ ਇੱਕ ਦਿਨ ਪਹਿਲੇ ਸਾਨੂੰ ਇੰਟੀਮੇਟ ਕਰ ਦੇਣ ਆਪਣੀ ਆਡੀਓ ਜਾਂ ਵੀਡੀਓ ਜਿਹੜੀ ਵੀ ਉਹਨਾਂ ਨੇ ਬੋਲਣੀ ਹੈ, ਔਰ ਟਾਈਮ ਲਿਮਿਟ ਦੇ ਅੰਦਰ ਉਹ ਸਾਨੂੰ ਪਹਿਲੇ ਹੀ ਸੈਂਡ ਕਰ ਦੇਣ। ਅਸੀਂ ਰਿਵਿਊ ਕਰਾਂਗੇ, ਜੇ ਸਾਨੂੰ ਠੀਕ ਲੱਗੀ ਤੇ ਅਸੀਂ ਕਵਾਂਗੇ ਕਿ ਨੈਕਸਟ ਕਲਾਸ ਵਿੱਚ ਤੁਸੀਂ ਇਹ ਡਿਲੀਵਰ ਕਰ ਸਕਦੇ ਹੋ। ਤੇ ਤੁਸੀਂ ਫਟਾਫਟ ਕੁਝ ਅੱਛਾ ਤਿਆਰ ਕਰੋ। ਜਿਵੇਂ ਕੱਲ ਮੈਨੂੰ ਇੱਕ ਬੱਚੇ ਨੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦਾ ਪਹਿਲਾ ਛੰਦ ਸੁਣਾ ਕੇ ਭੇਜਿਆ ਸੀ ਕਿ ਸਰ ਹੁਣ ਮੈਂ ਪੰਜਾਬੀ ਪੜ੍ਹ ਪਾ ਰਹੀ ਹਾਂ ਤੇ ਮੈਂ ਪਾਠ ਵੀ ਕਰ ਪਾ ਰਹੀ ਹਾਂ। ਪਰ ਇੱਧਰ ਇੱਕ ਗੱਲ ਧਿਆਨ ਦੇਣ ਵਾਲੀ ਹੈ, ਅਸੀਂ ਪਾਠ ਕਰਦੇ ਬੜੀ ਸਾਰੀ ਮਿਸਟੇਕਸ ਕਰ ਜਾਾਂਗੇ ਕਿਉਂਕਿ ਜਿਹੜੀ ਗੁਰਮੁਖੀ ਲਿਪੀ ਵਿੱਚ ਬਾਣੀ ਲਿਖੀ ਹੋਈ ਹੈ ਉਸ ਵਿੱਚ 17 ਭਾਸ਼ਾਵਾਂ ਨੇ, 17 ਲੈਂਗੁਏਜਸ। ਤੇ ਉਹ ਕਿਵੇਂ ਪੜ੍ਹਨੀ ਹੈ ਤੇ ਕਿਵੇਂ ਨਹੀਂ ਪੜ੍ਹਨੀ, ਉਹ ਸਿਰਫ ਪੰਜਾਬੀ ਪੜ੍ਹ ਕੇ ਨਹੀਂ ਆ ਜਾਏਗੀ। ਹਾਂ, ਪੰਜਾਬੀ ਪੜ੍ਹ ਕੇ 90% ਤੇ ਸਮਝ ਆ ਜਾਏਗਾ, ਪਰ 10% ਸਾਨੂੰ ਕਿਸੇ ਤੋਂ ਸੰਥਿਆ ਲੈਣੀ ਪਏਗੀ। ਸੰਥਿਆ ਕੀ ਹੁੰਦਾ? ਕਿਸੇ ਗ੍ਰੰਥੀ ਸਿੰਘ ਕੋਲ ਗੁਰਦੁਆਰੇ ਸਾਹਿਬ ਜਾ ਕੇ ਪਾਠੀ ਸਿੰਘ ਨੂੰ ਬੇਨਤੀ ਕਰਨੀ ਪਏਗੀ ਕਿ ਤੁਸੀਂ ਪਲੀਜ਼ ਮੈਨੂੰ ਪਾਠ ਕਰਨਾ ਸਿਖਾਓ, ਮੈਂ ਪੰਜਾਬੀ ਸਿੱਖ ਲਈ। ਪੰਜਾਬੀ ਸਿੱਖਣ ਤੋਂ ਅਗਲਾ ਸਟੈਪ ਹੈ ਪਾਠ ਕਰਨਾ ਸਿੱਖਣਾ, ਠੀਕ ਹੈ, ਗੁਰਬਾਣੀ ਦੇ ਲੜ ਨਾਲ। ਸੋ ਅਸੀਂ ਸਿਮਨੀਤ ਕੌਰ ਜਿਹੜੀ ਬੱਚੀ ਹੈ ਜਿਸਨੇ ਇੰਨੀ ਸੋਹਣੀ ਪੋਇਮ ਔਰ ਲੈਕਚਰ ਡਿਲੀਵਰ ਕੀਤਾ, ਅਸੀਂ ਉਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਬੱਚੀ ਨੂੰ ਗੁਰਸਿੱਖੀ ਜੀਵਨ ਤੇ ਆਪਣਾ ਖੂਬ ਪਿਆਰ ਬਖਸ਼ਣ। ਹੁਣ ਆਓ ਅੱਜ ਦੀ ਕਲਾਸ ਅਸੀਂ ਸ਼ੁਰੂ ਕਰਦੇ ਹਾਂ। ਹੋਰ ਵੀ ਕਿਸੇ ਨੇ ਕੋਈ ਪੋਇਮ ਜਾਂ ਲੈਕਚਰ ਡਿਲੀਵਰ ਕਰਨਾ ਹੋਏ ਤਾਂ ਸਾਨੂੰ ਇੱਕ ਦਿਨ ਪ੍ਰਾਇਰ ਮੈਸੇਜ ਕਰ ਦੇ, ਠੀਕ ਹੈ। ਅੱਜ ਦਾ ਜੇ ਤੁਸੀਂ ਹੋਮਵਰਕ ਦੇਖਿਆ ਹੋਏਗਾ, ਕਿਸ ਨੇ ਹੋਮਵਰਕ ਦੇਖਿਆ ਸੀ? ਯੈਲੋ ਹੈਂਡ ਰੇਜ਼ ਕਰੋ ਜਲਦੀ, ਇਮਾਨਦਾਰੀ ਨਾਲ। ਔਰ ਜਿਸ ਦੇ ਰੇਜ਼ ਨੇ ਅਗਰ ਨਹੀਂ ਦੇਖਿਆ ਸੀ ਤੇ ਹੈਂਡਸ ਡਾਊਨ ਕਰ ਲਓ। ਤੁਸੀਂ ਹੋਮਵਰਕ ਦੇਖਿਆ ਸੀ? ਬੜੇ ਐਕਟਿਵ ਹੋ ਰਹੇ ਹਨ ਬੱਚੇ, ਬੜੇ ਖੁਸ਼ ਹੋ ਕੇ ਦੱਸ ਰਹੇ ਹਨ। ਅੱਛਾ, ਹੋਮਵਰਕ ਦੇਖਦੇ ਹੋਏ ਬੜੀ ਖੁਸ਼ੀ ਹੋਈ ਹੋਏਗੀ ਕਿ ਮੁਹਾਰਨੀ ਤਾਂ ਪੂਰੀ ਖਤਮ ਹੀ ਹੋ ਗਈ ਹੈ। ਅੱਜ ਸਿਮਨੀਤ ਕੌਰ ਜਿਹੜੀ ਸ਼ੇਅਰ ਕਰੇਗੀ ਨਾ ਮੁਹਾਰਨੀ, ਉਹ ਅਸੀਂ ਗਰੁੱਪ ਵਿੱਚ ਪਾ ਦਾਂਗੇ। ਤੁਸੀਂ ਲਿਖ ਲੈਣਾ ਸਾਰੀ ਪੰਜਾਬੀ ਦੀ ਸੀਰੀਅਲ ਵਾਈਜ਼ 35 ਅੱਖਰੀ ਔਰ 6 ਅੱਖਰ ਜਿਹੜੇ ਉਹ ਨੇ ਬਿੰਦੀ ਵਾਲੇ, ਠੀਕ ਹੈ, ਤਾਂ ਕਿ ਤੁਸੀਂ ਕਾਪੀ ਵਿੱਚ ਇੱਕੋ ਜਗ੍ਹਾ ਲਿਖ ਕੇ ਆ ਜਾਏ। ਔਰ ਮੈਂ ਕੋਸ਼ਿਸ਼ ਕਰਾਂਗਾ, ਇੱਕ ਮੇਰੇ ਕੋਲ ਹੋਰ ਬੁੱਕ ਹੈ ਉਸ ਵਿੱਚ ਬਣਾਣੀ ਵੀ ਸਿਖਾਈ ਹੋਈ ਹੈ ਮੁਹਾਰਨੀ, ਮੈਂ ਕੋਸ਼ਿਸ਼ ਕਰਾਂਗਾ ਜੇ ਉਹ ਵੀ ਫੋਟੋ ਭੇਜ ਸਕਾਂ ਤੇ ਉਹ ਵੀ ਭੇਜ ਦਾਂਗਾ ਤਾਂ ਕਿ ਤੁਹਾਨੂੰ ਲੇਟਰ ਆਨ ਲਈ ਯਾਦ ਰਹੇ।
हैंड्स डाउन कर लो, सारे सारे अपने हैंड्स डाउन कर लो, येलो वाले ਜਿਹੜੇ ਰੇਜ਼ ਕੀਤੇ। ਅੱਜ ਦੇ ਤੁਸੀਂ ਲੈਸਨ ਵਿੱਚ ਦੇਖਿਆ ਹੋਏਗਾ ਕਿ ਅਸੀਂ ਇਹ 10 ਮਾਤਰਾਵਾਂ ਚੋਂ ਇਹ 3 ਅੱਖਰਾਂ ਨੂੰ ਸਵਰ ਜਿਨ੍ਹਾਂ ਨੂੰ ਕਹਿੰਦੇ ਆ, ਇਹਨਾਂ ਨੂੰ ਵੰਡੀਆਂ ਸੀ। ਜਿਵੇਂ ਊੜਾ, ਐੜਾ ਔਰ ਈੜੀ ਹੈ ਨਾ, ਦੇ ਆਰ ਕਾਈਂਡ ਆਫ ਵੋਵਲਸ। ਅਸੀਂ ਇੰਗਲਿਸ਼ ਵਿੱਚ ਪੜ੍ਹਦੇ ਹਾਂ ਕੌਨਸੋਨੈਂਟਸ, ਕੌਨਸੋਨੈਂਟਸ ਐਂਡ ਵੋਵਲਸ, ਯਾਦ ਹੈ, ਏ ਈ ਆਈ ਓ ਯੂ। ਤੇ ਇਹ ਪੰਜਾਬੀ ਦੇ ਵੋਵਲਸ ਨੇ, ਊੜਾ, ਐੜਾ ਔਰ ਈੜੀ। ਤੇ ਇਹ ਨਾ ਸਪੈਸੀਫਿਕ ਮਾਤਰਾਵਾਂ ਯੂਜ਼ ਕਰਦੇ ਹਨ। ਅੱਜ ਅਸੀਂ ਦੇਖਾਂਗੇ ਇਹਨਾਂ 10 ਮਾਤਰਾਵਾਂ ਚੋਂ ਕਿਹੜੀ ਕਿਹੜੀ ਮਾਤਰਾ ਊੜੇ ਕੋਲ ਹੈ, ਕਿਹੜੀ ਐੜੇ ਕੋਲ ਹੈ ਔਰ ਕਿਹੜੀ ਈੜੀ ਕੋਲ ਹੈ। ਇਹ ਨਾ ਤਿੰਨੋਂ ਆਪਸ ਵਿੱਚ ਬੜੇ ਦੁਸ਼ਮਣ ਨੇ, ਲੜਦੇ ਹੀ ਰਹਿੰਦੇ ਨੇ, ਸ਼ਰਾਰਤੀ ਬੱਚੇ, ਬਿਲਕੁਲ ਤਿੰਨੋਂ ਹੀ ਸ਼ਰਾਰਤੀ ਨੇ ਬਹੁਤ, ਮੰਨਦੇ ਹੀ ਨਹੀਂ ਹੈ ਕਿਸੇ ਦਾ ਕਹਿਣਾ। ਤੇ ਇਹ ਨਾ ਮਾਰਕੀਟ ਗਏ, ਉਸ ਮਾਰਕੀਟ ਵਿੱਚ 10 ਮਾਤਰਾਵਾਂ ਵਿਕ ਰਹੀਆਂ ਸੀ ਤੇ ਸਾਰਿਆਂ ਨੇ 3-3 ਮਾਤਰਾਵਾਂ ਖਿੱਚ ਲਈਆਂ, ਇਹ ਮੇਰੀ ਹੈ, ਇਹ ਮੇਰੀ ਹੈ, ਇਹ ਮੇਰੀ। ਤੇ ਜਿਹੜੀ ਇੱਕ ਨੇ ਲੈ ਲਈ ਤੇ ਦੂਸਰੇ ਨੂੰ ਉਹ ਦਿੱਤੀ ਨਹੀਂ ਕਿ ਇਹ ਤੇ ਤੈਨੂੰ ਨਹੀਂ ਦਿਆਂਗਾ। ਤੇ ਇਹ ਦਿਸ ਇਜ਼ ਦੀ ਮੋਸਟ ਈਜ਼ੀਐਸਟ ਵੇ ਕਿ ਅਸੀਂ ਯਾਦ ਕਰ ਲਈਏ, ਜਿਹੜੀ 3 ਮਾਤਰਾਵਾਂ ਊੜਾ ਯੂਜ਼ ਕਰੇਗਾ ਉਹ ਐੜਾ ਨਹੀਂ ਯੂਜ਼ ਕਰੇਗਾ, ਜਿਹੜੀ ਐੜਾ ਯੂਜ਼ ਕਰੇਗਾ ਉਹ ਈੜੀ ਨਹੀਂ ਯੂਜ਼ ਕਰੇਗੀ। ਅੱਜ ਅਸੀਂ ਬਸ ਇਹੀ ਡਿਵੀਜ਼ਨ ਦੇਖ, ਇਹ 10 ਮਾਤਰਾਵਾਂ ਲਿਖੀਆਂ ਦੇਖੋ, ਸਿਹਾਰੀ, ਬਿਹਾੜੀ, ਹੋੜਾ, ਘਨੌੜਾ, ਲਾਂ, ਦੁਲਾਂ, ਕੰਨਾ, ਔਂਕੜ, ਦੁਲੈਂਕੜ ਔਰ ਮੁਕਤਾ। ਮੁਕਤਾ ਕੀ ਹੁੰਦਾ? ਜਿਸ ਵਿੱਚ ਕੋਈ ਮਾਤਰਾ ਨਹੀਂ ਲੱਗਦੀ। कितनी हुई काउंट करिए, 1 2 3 4 5 6 7 8 9 10, 10 ਮਾਤਰਾਵਾਂ ਹੋ ਗਈਆਂ। ਅਸੀਂ ਲਗਾ ਅੱਖਰ ਜਿਹੜੇ ਨੇ ਬਿੰਦੀ, ਟਿੱਪੀ ਔਰ ਅਧਕ, ਇਹ ਨਹੀਂ ਲਿਖੇ। ਇਸ ਵਿੱਚ ਬਿੰਦੀ ਅਸੀਂ ਹੁਣੇ ਲਿਖਾਂਗੇ ਪਰ ਉਹ ਨੋਟ ਵਿੱਚ ਦਿਆਂਗਾ ਬਾਅਦ ਚੋਂ। ਆਓ ਪਹਿਲੇ ਮਾਤਰਾਵਾਂ ਦੇਖ ਲਈਏ। ਊੜਾ ਕਿਹੜੀ ਕਿਹੜੀ ਮਾਤਰਾ ਯੂਜ਼ ਕਰੇਗਾ? ਜਿਹੜੀ ਯੂਜ਼ ਕਰੇਗਾ ਅਸੀਂ ਉਸ ਨੂੰ ਕੱਟ ਕਰਦੇ ਰਹਾਂਗੇ। ਊੜਾ ਯੂਜ਼ ਕਰੇਗਾ ਔਂਕੜ, ਊੜੇ ਦੇ ਨਾਲ ਔਂਕੜ ਆ ਸਕਦਾ, ਔਂਕੜ ਇਹ ਆ ਸਕਦਾ, ਠੀਕ ਹੈ। 10 ਮਾਤਰਾਵਾਂ ਚੋਂ ਔਂਕੜ ਨਾ ਐੜਾ यूज कर सकता है ना ईडी यूज कर सकते हैं। ਤੁਸੀਂ कभी भी कोई ऐसा शब्द नहीं बना देखेंगे जिसमें एड़े के साथ औंकड़ लगाओ या ईडी के साथ औंकड़, क्योंकि ये तीनों दुश्मन है, मैंने बताया आपस में। तो ये क्या करते हैं, जो मात्रा एक ने ले लिया वो दूसरे को देते ही नहीं है। छोटे छोटे बच्चे होते हैं, जो टॉय एक ने ले लिया दूसरे ने नहीं दिंदा ना, कहता ये मेरा है, खिच खिच के फाड़ देंगे, उसकी बावा तोड़ देंगे पर देंगे नहीं एक दूसरे को, है ना। इसी तरह ऊड़ा, एड़ा और ईडी आपस में बड़े दुश्मन, इन्हों ने मात्रावां वंड लई। ऊड़े ने ले लिया औंकड़ ते दुलैंकड़ किसने ले ले, दुलैंकड़ भी ऊड़े ने ही ले ले, कहता ये भी मैनू ही दो, ये भी मुझे ही चाहिए, मेरे को बहुत ही पसंद आ गए। ते ऊड़े नूं मिल गया औंकड़, ऊड़े नूं मिल गया दुलैंकड़ ते ऊड़े नूं मिल गया होड़ा। हुण देखो होड़ा बनदा इस तरह, लाइन दे उपर इस तरह पैंदा होड़ा, है ना। पर इस दे थल्ले मैं ऊड़ा किवें पांगा, ऊड़ा पांगा, अजीब जा बन गया, ये अजीब बन गया ना। ਤੇ ਹੁਣ ਅਸੀਂ ਇਸ ਨੂੰ ਦੇਖਾਂਗੇ ਕਿ ਕਿਵੇਂ ਹੋੜਾ ਇਸਨੇ ਲਿਆ ਤੇ ਕਿਵੇਂ ਬਣੇਗਾ। ਹੋੜਾ ਦੀ ਸਾਊਂਡ ਕੀ ਹੁੰਦੀ ਹੈ, ਤੁਸੀਂ ਦੱਸੋ ਮੈਨੂੰ। ਹੋੜਾ ਦੀ ਸਾਊਂਡ ਕੀ ਹੁੰਦੀ ਹੈ? ओ की मात्रा है। अब ऊड़े ਨੂੰ ਜਦੋਂ ओ लगेगा ਤੇ ਇਸ ਤਰ੍ਹਾਂ ਖੁੱਲ ਜਾਏਗਾ ਊੜਾ। बस ਜਦੋਂ ਊੜਾ ਉੱਪਰੋਂ ਕਵਰ ਹੋਏਗਾ ਤੇ ਮਤਲਬ ਊ ਹੈ, ਜਦੋਂ ਉੱਪਰੋਂ ਖੁੱਲ ਜਾਏਗਾ ਤੇ ਮਤਲਬ ਓ ਹੈ। ਇਹ ਯਾਦ ਰੱਖਣੀ ਹੈ ਤੁਸੀਂ ਚੀਜ਼, ਠੀਕ ਹੈ। ਜਦੋਂ ਤੁਸੀਂ ਦੇਖੋਗੇ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਇੱਕ ਓੰਕਾਰ, ਤੇ ਓੰਕਾਰ ਵਿੱਚੋਂ ਊੜਾ ਇਸ ਤਰ੍ਹਾਂ ਖੋਲ ਕੇ ਬਣਾਉਂਦੇ ਨੇ, है ना, क्योंकि उसने ओ दी साउंड चाहिए। यस और नो, यस नो करो, समझ आ रही है? ओके, वेरी गुड। मूर्ति बन के ही बैठ गए हो, बिल्कुल स्टैचू ही बन के। जल्दी जल्दी करना है इधर लेस। ते इसने ले लिया औंकड़, इसने ले लिया दुलैंकड़ और इसने ले लिया होड़ा, इवें, ठीक है। होड़ा ओ, ठीक है। उस तो बाद आंदा एड़ा। एड़ा लेंदा सब तो पहले मुक्ता। एड़ा मुक्ता रहंदे ने, बिना मात्रा दे रह सकदा है एड़ा। बिना मात्रा दे ऊड़ा कोई शब्द नहीं बना सकता, बिना मात्रा दे ईड़ी कोई शब्द नहीं बना सकती, पर एड़ा बना सकता। जिवें अनार है, अपर है, अक्सर है, ठीक है। ये बिना मात्रा दे एड़ा है। हुण एड़े नूं होर किहड़ी मिली? एड़े ने ले ली आ दी मात्रा, कन्ना। एड़े ने ले लिया कन्ना, ते एड़े ने ऊड़े नूं कहा कि तू ओ ले ली ते मैं ओ ले लूंगी। ओ दी मात्रा घनौड़ा। ये देखो घनौड़ा एड़े नूं मिल गया, होड़ा ऊड़े नूं मिलिया सी, घनौड़ा एड़े नूं मिल गया। ये याद रखनी है तुसीं मात्रावां। ईड़ी नूं ਜਿਹੜੀ ਬੱਚੀਆਂ ਵਿਚਾਰੀ ईड़ी ਕੋਲ ਆ ਗਈ, ईड़ी ਕੋਲ ਕਿਹੜੀ ਕਿਹੜੀ, ਉਹ ਐੜੇ ਦੀ ਇੱਕ ਹੋਰ ਰਹਿ ਗਈ। ਐੜੇ ਨੂੰ ਹੋਰ ਕਿਹੜੀ ਦਈਏ? ਐ ਦੀ ਮਾਤਰਾ ਦੇ ਦਿੰਦੇ ਆ, थोड़ा छोटा लिख लेना मैं। दोबारा देखांगे। एड़े कोल आया मुक्ता,
एड़े कोल होर केड़ा आया एड़ा कन्ना, एड़ा घनौड़ा और आया एड़ा दुलावा। एड़ा दुलावा देखो घनौड़ा ओ दी मात्रा बड़ी ओ और बड़ी ए दोनों एड़े के पास आई है, ये ध्यान देना है, ऐसे आप याद रख सकते हो। ठीक है, बड़ी और बड़ी ए दोनों एड़े को लगी है। समझ आई? क्लियर हुआ? यस नो तो कर दो बेटा। क्लियर होया? यस नो? ओके। ईडी नु देखते हैं, जेड़ी बच्चियां आई हैं वो ईडी नु दे दो। ईडी कोल बच गई ईडी सिहारी, ईडी बिहारी और ईडी ला ए दी मात्रा। हुणे तुसी नोट करना है। एक होर चीज इधर ध्यान देने वाली है, ਜਿਹੜੀ ਬਿੰਦੀ ਟਿੱਪੀ ਔਰ ਅੱਧਕ ਹੈ ਉਸਦੇ ਆਪਣੇ ਨਿਯਮ ਨੇ, ਉਹ ਅਸੀਂ ਅਗਲੇ ਲੈਸਨਸ ਵਿੱਚ ਕਰਾਂਗੇ। ਬਟ ਫਿਰ ਵੀ ਊੜੇ ਨਾਲ ਕਦੀ ਟਿੱਪੀ ਨਹੀਂ ਲੱਗੇਗੀ, ਤੇ ਊੜੇ ਨਾਲ ਇਹ ਨੋਟ ਕਰ ਲਓ, ਊੜਾ ਹਮੇਸ਼ਾ ਬਿੰਦੀ ਯੂਜ਼ ਕਰੇਗਾ, ਬਿੰਦੀ। ਊੜੇ ਨਾਲ ਹਮੇਸ਼ਾ ਬਿੰਦੀ ਆਏਗੀ, ਬਿੰਦੀ। ਇਹ ਨੋਟ ਹੈ ਤੁਹਾਡਾ, ਨੋਟ ਡਾਊਨ ਕਰਨ ਲਈ। ਊੜਾ ਹਮੇਸ਼ਾ ਬਿੰਦੀ ਯੂਜ਼ ਕਰੇਗਾ, ਟਿੱਪੀ ਕਦੀ ਨਹੀਂ ਯੂਜ਼ ਕਰਦਾ। ਇਟ ਵਿਲ ਆਲਵੇਜ਼ ਯੂਜ਼ ਬਿੰਦੀ, बिंदी। ठीक है, ऊड़े नाल कदी टिप्पी नहीं आएगी। ठीक है, ये स्पेशल नोट है। चलो दोबारा देखते हैं। ऊड़े नु मिल गया छोटा ऊ यानी कि औंकड़। छोटा ऊ एड़े नु भी नहीं मिलेगा, ईडी नु भी नहीं मिलेगा। ऊड़े नु मिल गया बड़ा ऊ दुलैंकड़, बड़ा ऊ एड़े नु भी नहीं मिल सकता, ईडी नु भी नहीं मिल सकता। ऊड़े नु मिल गया ओ होड़ा, होड़ा एड़े नाल भी नहीं लगेगा, ईडी नाल भी नहीं। हुण आंदे आ एड़े ते, एड़ा मुक्ता, मुक्ता कदी ऊड़ा भी नहीं आ सकता, ईडी भी नहीं आ सकती बिना मात्रा के। उसके बाद आता है एड़ा कन्ना, कन्ना ऊड़े को कभी भी नहीं लग सकता यानी आ की मात्रा, ईडी को भी कभी मात्रा नहीं आ सकती आ की। ओ कन्हौड़ा, कन्हौड़ा कभी ऊड़े को या ईडी को नहीं लग सकता। ए की मात्रा कभी ऊड़े या ईडी को नहीं लग सकती क्योंकि वो एड़े ने ले लिया। ईडी, छोटी की मात्रा ईडी के पास है तो ऊड़ा और एड़ा छोटी की मात्रा यूज नहीं कर सकते। बड़ी ई की मात्रा भी ईडी के पास है यानी बिहारी, ऊड़ा एड़ा बिहारी भी यूज नहीं कर सकते। ए की मात्रा ईडी के पास है तो ऊड़ा और एड़ा ए की मात्रा भी यूज नहीं कर सकते। ठीक है, ऊड़ा हमेशा बिंदी यूज करेगा, टिप्पी कभी यूज नहीं करेगा। इतना नोट डाउन कर लो, फिर असी इस तो शब्द बनाते हैं, केड़े केड़े शब्द असी बना पा रहे हैं, इन्ना नोट कर लो जल्दी। कर लिया नोट? जिन्होंने होमवर्क किया उन्होंने तो पहले तो ही नोट किया होगा। चलो असी हुण इन्हां तो शब्द बनाते हैं। ये मात्रावां याद रखनियां तुसीं सारियां ने। ठीक है, ऊड़े तो भी बनाएंगे, एड़े तो भी बनाएंगे और ईडी तो भी बनाएंगे। ऊड़ा सब तो पहले यूज कर रहा सी केड़ी मात्रा, छोटे ऊ दी, है ना। ते छोटे ऊ तो ऊड़े दा बनांदे हां असी। देखो ये की लिखा है, की लिखा है, नाल नाल पढ़ो। छोटा ऊ, ऊ द दद्दे नु कन्ना दास, उदास। नाल नाल पढ़ो, देखो छोटा ऊ है ते छोटा ऊ आएगा। उदास। ठीक है, हुण असी इसी तरह होर कर सकते हैं इस तो अखर। देखो छोटे ऊ दे नाल बनाना है, एक ही लिखा है। देखो अद्धक आई है, अद्धक यानी आधा अक्षर, राइट साइड वाला पूरा क्या है ल, तो राइट साइड में आधा आ जाएगा, आधा ल। छोटा ऊ अद्धक की जगह आधा ल, पूरे ल की जगह पूरा ल, बड़े ऊ की जगह बड़ा ऊ। उल्लू, उल्लू। ठीक है, छोटे ऊ तो बन गया उल्लू। हुण असीं बड़े ऊ तो बनांदे हैं। ठीक है, बड़े ऊ तो बनाएंगे, ऊड़े नु जदों आएगा बड़ा ऊ, ऊल जलूल। कहते क्या ऊल जलूल बोल रहे हो तुम, ऊल जलूल। बड़ा ऊ किमें बनेगा, इस तरह बनेगा, ऊल जलूल। ठीक है, इस तरह आ जाएगा। समझ आई? बड़ा ऊ है तो ऊ बड़ा आएगा इधर हिंदी दा, ऊल जलूल। कमाऊ, देखो असी लिखेंगे कक्का ध्यान नाल देखेंगे की लिखा है, क मा बड़ा ऊ।
हिंदी में ये बड़ा ऊ है, क्योंकि ऊड़े को बड़े ऊ की मात्रा लगी है, तो बड़ा ऊ है हिंदी का। ठीक है, तो क्या बनाए, कमाऊ। कमाऊ यानी कमाने वाला। ऊ तो हो गया, ऊड़ा छोटा ऊ, ऊड़ा वड्डा ऊ यानी औंकड़ नाल दुलैंकड़ नाल। ਹੁਣ ਅਸੀਂ ਕਰਾਂਗੇ ਓ ਨਾਲ। ਹੋੜਾ ਆਂਦਾ ਨਾ ਊੜਾ ਨੂੰ, ਓ ਦੀ ਸਾਊਂਡ ਆਂਦੀ ਹੈ। ਓ ਦੀ ਸਾਊਂਡ ਤੋਂ ਕਿਹੜੇ ਕਿਹੜੇ ਵਰਡ ਬਣ ਸਕਦੇ ਹਨ, ਦੇਖੋ ਓ ਖੋਲਣਾ ਹੈ ਇਸ ਤਰ੍ਹਾਂ, ਇਹ ਕੀ ਬਣਿਆ, ਆ ਈ ਈ ਊ ਓ ਓ ਓ ਟ ਓਟ। ਜਾਂ ਫਿਰ ਅਸੀਂ ਉਹ ਇੱਕ ਮੰਤਰ ਲਿਖਦੇ ਹਾਂ ਹਿੰਦੂ ਧਰਮ ਵਿੱਚ, ਕੀ ਲਿਖਿਆ ਹੈ, ਓਮ ਓਮ। ठीक है, तो जदों भी ओ लिखना है तो ऊड़ा ऊपरों खुल जाएगा। इतनी समझ आई आपको, ऊड़ा ऊपर से कब खुलता है, जब उसको ओ की मात्रा आती। समझ आई है, यस और नो, वेरी गुड। ਹੁਣ ਅਸੀਂ ਅੱਗੇ ਦੇਖਾਂਗੇ, ऊड़ा तो हो गया, एक और लिख ਲੈਂਦੇ ਆ, ਤੁਸੀਂ ਮੈਨੂੰ ਦੱਸੋਗੇ ਕੀ ਲਿਖਿਆ ਹੈ। दसो, घ है, घ को छोटे ओ की मात्रा, और ओ घ्यो घ्यो। इसमें ਅਸੀਂ पंजाबी ਚ पढ़ांगे घ्यो। घ्यो की ਹੁੰਦਾ घी, बटर। घी को हम पंजाबी में कहते हैं घ्यो। ठीक है, ऊड़ा हो गया। ਹੁਣ ਇਹ नोट डाउन कर लो ताकि मैं हिंदी वाले इरेज करके इधर लिखा। और पहले पंजाबी दे लिखते हैं। ऐड़ा तो देखांगे, ऐड़ा मुक्ता। ऐड़ा मुक्ता की होएगा, मैं लिख देना, बाद चो तुसी पढ़ना, मैं इरेज कर दा। इस विच असी बड़े सारे शब्द बनाए सी होमवर्क दे लेसन। बोर्ड विच ते असी घट लिखते हैं ना, तो होमवर्क के लेसन आपने जी फॉर ग्रैटिट्यूड चैनल को सब्सक्राइब करके जरूर देखने हैं। प्लेलिस्ट में जाओगे चैनल की, तो उसमें आपको लर्न पंजाबी आ जाएंगे, उसके लेसन सारे एक ही जगह मिल जाएंगे। तो उसमें लेसन में देखोगे तो बड़े सारे और वर्ड्स बनाए हैं। अभी तो हम कम बना रहे हैं, टाइम है रोज के अंदर, तभी रोज कहता हूँ कि आपने होमवर्क कंप्लीट करना है ताकि आपको समझ आए। नाल नाल पढ़न दी भी कोशिश करो। वीर जी लिख रहे हैं, तुसी नाल नाल पढ़ना भी है। चलो पहले इन्हें पढ़ लेंदे हैं, ये मैं इरेज कर देना ताकि तुहानू पता चल जाए कि की लिखा है। अगर कोई मिस हो जाता है तो बिल्कुल टेंशन लैन की लोड़ नहीं है, क्योंकि बाद चो ते आ ही जाएगा ये लेसन यूट्यूब पे। मैं देखा कल का लेसन भी बहुत घट लोगों ने देखा है, सिर्फ 200 लोगों ने देखा है, सिर्फ 200 स्टूडेंट्स। 2000 स्टूडेंट से भी ज्यादा है हमारे पास, और सिर्फ 200 देखेंगे तो कैसे काम चलेगा, बड़ा मुश्किल है। आप नहीं देखेंगे तो मेरा नुकसान तो नहीं है। ये तो बहुत छोटी होगी स्पेस, उल जलूल को रेस कर देते हैं। हाँ जी, हम देखते हैं पहला अखर की लिखा है, पहला शब्द असि लिखा है ऐड़ा नन्ना कन्नारा रा, अ न आ की मात्रा र, क्या बना, अनार अनार। नेक्स्ट ऐड़ा यानी अ, कक्का ससारा रा। देखो इसमें ऐड़े को कोई मात्रा है नहीं है ना, तो इसको हम कहते हैं मुक्ता। ऐड़े को कोई मात्रा नहीं है, ऐड़ा मुक्ता। अब ऐड़े के साथ जब कन्ना यानी आ की मात्रा लगेगी तो दो अक्षर दो शब्द बनाए हैं। ऐड़ा आ की मात्रा द त, क्या बना, आदत। साथ साथ बोलते रहो, साथ साथ बनाते रहो आप। ये क्या बना, अब देखो ये बना प्यार, पर अगर हम हिंदी में प्यार लिखेंगे तो बनेगा आधा प य को आ की मात्रा र, प्यार। पर पंजाबी में आधा प जैसी कोई चीज नहीं होती। और कल ही हमने पढ़ा है कि जहां पे आधा अक्षर आए और उसके बाद य हो तो वो छोटी ई की मात्रा और एड़ा बन जाता है। कल ही पढ़ा है ना, य इज इक्वल टू
छोटी की मात्रा और एड़ा, ये पढ़ा है ना हमने। तो ये बन गया प्यार, प्यार। अब देखेंगे ये क्या है, ए की मात्रा के साथ, ए की मात्रा यानी बड़ी ए, ये ऐनक। अच्छा, हिंदी में कोई भी ए ऐसी नहीं देखोगे आप, इसमें दो मात्राएं लगी, ऐसी कोई ए नहीं होती। हिंदी में ये होती है ए और ये होती है ए, एक मात्रा के साथ। पंजाबी में एक मात्रा आएगी तो वो ए हो जाएगी, और दो मात्रा आएंगी तो वो ए हो जाएंगी, ऐनक। ठीक है, ऐनक। ये थे हमारी ए की मात्रा के साथ। अच्छा, नेक्स्ट वर्ड मुझे आप बताएंगे क्या लिखा है। नेक्स्ट वर्ड लिखा है एतवार। एतवार क्या होता है, किसी को पता है? एतवार क्या होता है? संडे, जिसको हम हिंदी में कहते हैं रविवार, उसको पंजाबी में कहते हैं एतवार। ठीक है, तो ब्रैकेट में आप लिख सकते हो संडे, एतवार। अब देखते हैं ओ की मात्रा के साथ कौन सा आ रहा है। ओ, बड़े ओ की मात्रा, लाद, औलाद। औलाद क्या होता है? बच्चे। ठीक है, बेबीज। यहाँ ओ खा, औखा, औखा। ठीक है, मनवीर सिंह, तुसी मैंने सुन पा रहे हो? कॉपी ते वड्डा वड्डा लिख के ना मैंने टाइम दसो, क्योंकि मैं स्क्रीन टच की थी, मेरी स्क्रीन स्पॉटलाइट तो हट जाएगी। एग्जैक्ट टाइम की हो रहा है, मैंने टाइम दसो कॉपी ते लिख के, या फिर इशारे नाल दस सकते थे, इशारे नाल दस दो, मैंने आवाज नहीं आएगी किसी भी, तुसी इशारा ही कर सकते हो सिर्फ। कॉपी नाल बिग बिग लिख के सर नु दसो। चलो सारे नोट डाउन करो ताकि मैंने पता चले टाइम कितना रह गया, मैं टाइम पे भी नजर रखा नाल ना। मोबाइल फोन तो टाइम देख के दसी मनवीर सिंह। सारे ने नोट डाउन कर लिया? कॉपी जिस तरह दिखाओ मैनू, इस तरह कैमरे दे अगे। सारे ने नोट डाउन कर लिया बेटे? देखो, एड़ा मुक्ता, दो बार एड़ा कन्ने नाल, आ की मात्रा के साथ, एड़ा ए की मात्रा के साथ यानी दुलावा के साथ, एड़ा ओ की मात्रा यानी कन्हौड़ा के साथ। ठीक है, सारे नोट डाउन कर रहे हैं? बेटा राइट इट बिग, इतना छोटा लिखा है, पेन ज्यादा इंक खर्च हो रही है क्या? राइट इट बिग, मैंने दिख ही नहीं रहा। चलो ਹੁਣ मैं इरेज कर रहा ताकि ਅਸੀਂ ईडी ਦੇ अक्षर कर ਲਈ। ईडी तो ਅਸੀਂ शब्द करांगे, पहले मैं इधर पंजाबी लिखांगा फिर हिंदी विच भी नोट कर दांगा। ईडी केड़ी केड़ी मात्रा में यूज कर रही है? 1343, 43। ओके, थैंक यू, थैंक यू। ऑल राइट, ईडी देखांगे, ईडी फटाफट देखांगे। ईडी सब तो पहले ईडी छोटी ई यानी सिहारी, फिर बड़ी ई यानी बिहारी, फिर ए दी मात्रा यूज करती है। छोटी ई तो देखते हैं ईडी, उन्हें उसने दसिया सी ना सिमनीत कौर, ईडी तो इशनान करना है, इशनान लिख लेने पहले फिर इश। मैं लिखांगा तुसी आप पे सोचो की लिख। बड़ी दी मात्रा नाल वाहिगुरू वाहिगुरू। चलो ईडी दे भी हो गए, इस तो बाद डाउट्स लेने हैं। मैं इरेज कर रहा बोर्ड ताकि ਅਸੀਂ देख सकीए ईडी तो ਅਸੀਂ ਕਿਹੜੇ ਕਿਹੜੇ शब्द बनाए हैं।
ਈੜੀ ਦੇ ਨਾਲ ਲੱਗਦੀ ਹੈ ਛੋਟੀ ਈ, ਦੁਬਾਰਾ ਦੱਸਦੇ ਹਾਂ, ਵੱਡੀ ਈ, ਛੋਟੀ यानी सिहारी, ਵੱਡੀ ਈ यानी बिहारी, और ए यानी कि ਲਾਂ। ਇਹ ਤਿੰਨ ਮਾਤਰਾਵਾਂ ਈੜੀ ਨਾਲ ਲੱਗਦੀਆਂ। ਦੇਖਾਂਗੇ ਕੀ ਲਿਖਿਆ ਹੈ, ਜਲਦੀ ਜਲਦੀ ਸਾਰੇ ਦੱਸਣਗੇ ਕੀ ਲਿਖਿਆ। ਪਹਿਲਾ ਸ਼ਬਦ ਕੀ ਲਿਖਿਆ ਹੈ, ਛੋਟੀ ਈ। ਦੇਖੋ ਛੋਟੀ ਈ, ਹਿੰਦੀ ਵਿੱਚ ਛੋਟੀ ਈ ਨੂੰ ਈ ਦੀ ਮਾਤਰਾ ਨਾ ਲਗਾ ਦੇਣਾ। ਹਿੰਦੀ ਵਿੱਚ ਜਾਂ ਛੋਟੀ ਈ ਹੁੰਦੀ ਹੈ ਜਾਂ ਵੱਡੀ ਈ ਹੁੰਦੀ ਹੈ। ਤੇ ਪੰਜਾਬੀ ਵਿੱਚ ਛੋਟੀ ਈ ਲਿਖਣੀ ਹੈ ਤੇ ਈੜੀ ਨੂੰ ਸਿਹਾਰੀ ਪਾਓਗੇ, ਵੱਡੀ ਈ ਲਿਖਣੀ ਹੈ ਤੇ ਈੜੀ ਨੂੰ ਬਿਹਾਰੀ ਪਾਓਗੇ। ਠੀਕ ਹੈ, ਪੰਜਾਬੀ ਵਿੱਚ ਈੜੀ ਮੁਕਤਾ ਨਹੀਂ ਆਉਂਦੀ, ਜਿਵੇਂ ਇਸ ਵਿੱਚ ਮੁਕਤਾ ਆ ਰਹੀ ਹੈ। ਬਸ ਇਹੀ ਧਿਆਨ ਦੇਣਾ। ਸਿਮਨੀਤ ਕੌਰ ਤੁਸੀਂ ਕਲਾਸ ਵਿੱਚ ਹੋ ਤੇ ਜਿਹੜੇ ਐਡਮਿਟ ਹੋ ਰਹੇ ਨੇ, ਉਹਨਾਂ ਐਂਟਰ ਕਰ ਰਹੇ ਨੇ, ਉਹਨਾਂ ਨੂੰ ਐਡਮਿਟ ਕਰਦੇ ਰਹੋ। ਸਿਮਨੀਤ ਕੌਰ देखो, ईशनान, इशनान, ईडी। देखो अद्धक आ गई ना, अद्धक आ गई, ऐसी अद्धा क और पूरा का, एक एक वन, एक एक ही क्या है, फिर अद्धक आ गई, ट आधा फिर पूरा। इट, इट मतलब हुंदा है ईंट, ब्रिक। किसी दे सिर ते नहीं दे के मारनी, और सिर्फ घर बनाने लिए रखनी है। ठीक है, इट असी ब्रैकेट लिखते रहिए। हिंदी में जिसको हम हिंदी में ईंट कहते हैं, इंग्लिश में ब्रिक कहते हैं, पंजाबी में उसको की कहते हैं, इट, इट। ठीक है, नेक्स्ट ए ते हो गया सिहारी नाल, ईन, बिहारी नाल ईन। ईन हुंदा है किसी दी अधीनगी कबूल कर लेनी, यानी किसी की गुलामी कबूल कर लेनी को कहते हैं ईन, हार मान लेनी काइंड ऑफ। उसके बाद बड़ी ई आप खुद बनाएंगे। अगला ये क्या लिखा है, क्या अक्षर है, बड़ी ई के साथ र, र, ईर, फिर ख। देखो ख का मुंह खुला तो ईरखा। मेरी स्क्रीन नो पिन कर सकते हो तुसी ताकि बोर्ड वड्डा दिखे, क्योंकि मैं जो यूट्यूब ते पांदा उधर ते बिल्कुल क्लियर हुंदी है वीडियो, बट इधर कई स्टूडेंट्स कंप्लेन करते हैं कि सर वीडियो क्लियर नहीं है। मैं यूट्यूब ते हर बार चेक करके पाना, फेसबुक तो ही डाउनलोड करदा, पर उधर ते क्लियर आ रही होंगी। और हुणे मैं देख रहा हूं बच्चे कहीं ते इस तरह स्क्रीन के अंदर ही वड़ गए ने, इस तरह मैंने लग रहा है मेरे कैमरे से बाहर ही ना आ जाए एकदम वो, ता करके मैंने डर लग जाता है। कोई मेरे कैमरे से बाहर आ जाएगा, यहीं से पूछते मुंह निकल दे सर ये क्या लिखा है, फिर तो सर डर जाएंगे ना। तेज करके मेरी स्क्रीन में पिन कर लो ताकि वड्डी हो। हम देखो, अच्छा ईडी के साथ ए आएगा तो ये हिंदी में कैसे बनेगा, कभी आपने देखा हिंदी में से छोटी ई को ए की मात्रा लगी हुई, ये तो कोई अक्षर ही नहीं बना, कुछ नहीं बना ना। तो हिंदी में ए की साउंड निकालेंगे, जब ईडी को ए की मात्रा लगेगी तो ये ए बनेगा। इधर देख, तो आप यहाँ लिख सकते हैं जब ईडी को ये लगेगी तो ये हिंदी का ए बन जाएगा। ठीक है, जब एड़े को दुलावा लगेंगी तो ये हिंदी का ए बन जाएगा। ये दोनों चीजें आप लिख सकते हैं साइड में, आपको हेल्प करेंगी। ईडी को जब ए की मात्रा लगेगी तो ये हिंदी का ए बन जाएगा। ठीक है, और एड़े को जब दुलावा लगेंगी तो ये हिंदी का ए बन जाएगा, जिसमें ए की मात्रा आती है, दो मात्राएं नहीं आती। ठीक है, ए। तो हम देखते हैं क्या है ये, एकता, एकता, एकता में बल है। ठीक है, एकता क्या होता है, यूनिटी, यूनिटी, एकता। उसके बाद हमने लिखा है जुए, जुए नहीं लिखा, जुए तो नहीं है ना किसी को, ये जुए है, जुए शुए तो नहीं निकाल रहा कोई, जुए, जुए, जुए मीन्स गैम्बलिंग, जुआ। आखिए, आखिए क्या होता है, पूछिए, आखिए मतलब पूछिए। जुए। उसके बाद हमने क्या लिखा, आखिए, आखिए। चलिए नोट डाउन कीजिए। मनवीर सिंह दोबारा टाइम दसो जरा, 1 o'clock तो बाद अगे की हो रहा है, सिर्फ 51 52 बस ये दस दे, 1 2 करके दस दे, इशारे नाल दस दे, 51 52 53 की हो रहा है। अच्छा 49, ओके दैट्स ग्रेट। मैं लिपसिंग पढ़ लेंदा थोड़ी थोड़ी, ठीक है, ते कई बार मैं माइंड भी पढ़ लेंदा, ते अलर्ट होके बैठो किधरे सर माइंड पढ़ लैन। चलो आई होप कि तुसी नोट कर लिया होगा।
Now it's time for taking doubts. Raise your yellow hands down there on your screen so that I can ask you. Whosoever is having doubt, I'll be calling you your names. You have to unmute yourself. और ਅਸੀਂ doubts ਪੁੱਛਾਂਗੇ. ਜਿਸ ਨੂੰ doubt ਹੈ yellow hand raise ਕਰ ਲਓ. ਅੱਜ ਤੱਕ ਦੀ ਕਲਾਸ ਵਿੱਚ ਕੋਈ doubt ਹੈ ਤੇ ਪਹਿਲੇ ਅੱਜ ਦੀ ਕਲਾਸ ਵਿੱਚ ਫਿਰ ਅੱਜ ਤੱਕ ਦੀ ਕਲਾਸ. ਹੁਣ ਮੇਰੀ ਸਕਰੀਨ ਸ਼ਾਇਦ ਛੋਟੀ ਹੋ ਜਾਏਗੀ ਕਿਉਂਕਿ ਅਸੀਂ ਇਹ ਇਰੇਜ਼ ਕਰਨ ਵਾਲੇ ਹਾਂ ਔਰ ਮੈਂ ਸਕਰੀਨ ਨੂੰ ਟੱਚ ਕਰਾਂਗਾ. ਚਲੋ ਲੈਟਸ ਸੀ ਹੂ ਆਲ ਆਰ ਹੈਵਿੰਗ ਡਾਊਟਸ. ਸਾਰੇ ਰੈਡੀ ਰਹਿਣਗੇ. ਜਿਸ ਦਾ ਨਾਮ ਬੋਲਿਆ ਫਟਾਫਟ ਅਨਮਿਊਟ ਕਰਕੇ ਡਾਊਟ ਪੁੱਛ ਲੇਗਾ. ਠੀਕ ਹੈ ਓਕੇ. ਸੋ ਇਟਸ ਟਾਈਮ ਫॉर just let me go ahead. ਕਿਵੇਂ ਜਾਂਦੇ ਮੈਨੂੰ ਤਾਂ ਭੁੱਲ ਹੀ ਜਾਂਦਾ. ਹਾਂਜੀ. So first of all, I'm giving chance to Gurbani Kaur Rupra. It's your chance. बेटा unmute करो अपने आप ਨੂੰ ਤੇ ਫਿਰ ਤੁਸੀਂ ਪੁੱਛ ਸਕਦੇ ਹੋ. ਗੁਰਬਾਨੀ ਕੌਰ ਰੂਪਰਾ ਜਲਦੀ unmute ਕਰਕੇ ਪੁੱਛਾਂਗੇ ਨਹੀਂ ਤਾਂ ਚਾਂਸ ਕਿਸੇ ਹੋਰ ਨੂੰ ਮਿਲ ਜਾਏਗਾ. ਚਲੋ ਉਹ ਨਹੀਂ ਪੁੱਛ ਰਹੀ. ਜਸਲੀਨ ਕੌਰ it's your chance. ਜਸਲੀਨ ਕੌਰ अपना माइक अनम्यूट करो और पूछो. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਜਲਦੀ ਵੀਰ ਜੀ ਪੁੱਛਣਾ. ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਦ ਸਿੱਖੀਜ਼ਮ ਦਾ ਇੱਕ ਸਿੰਬਲ ਹੈ ਇੱਕ ਓਂਕਾਰ ਤੇ ਉਹਦੇ ਵਿੱਚ ਦੋ ਹੋੜੇ ਟਾਈਪ ਆਉਂਦੇ ਨੇ ਤੇ ਫਿਰ ਜਦ ਲਿਖਦੇ ਆ ਤੇ ਇੱਕ ਹੋੜਾ ਕਿਉਂ ਆਇਆ ਹੈ ਤੇ वेरी नाइस क्वेश्चन. वेरी गुड क्वेश्चन. ਸਾਰੇ ਧਿਆਨ ਦੇਣਗੇ. ਦੇਖੋ ਕਿੰਨਾ ਜੈਨੂਇਨ ਕੁਐਸਚਨ ਹੈ ਕਿ ਜਦੋਂ ਅਸੀਂ ਊੜਾ ਓ ਲਿਖ ਰਹੇ ਹਾਂ ਤੇ ਸਿਰਫ ਇੱਕ ਵਾਰ ਖੋਲ ਰਹੇ ਹਾਂ ਪਰ ਇੱਕ ਓੰਕਾਰ ਲਿਖਦੇ ਹੋਏ ਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੋ ਵਾਰ ਖੋਲਿਆ. ਇਹੀ ਪੁੱਛ ਰਹੇ ਹੋ? ਹਾਂਜੀ ਦੇਖੋ ਅਸੀਂ ਇਸ ਨੂੰ ਲਿਖਦੇ ਆ ਓ. ਇਟ ਗਿਵਸ ਸਾਊਂਡ ਆਫ ਓ ਰਾਈਟ. ਓਟ ਓਮ ਓਨਮ. ਠੀਕ ਹੈ ਅਸੀਂ ਇਸ ਨੂੰ ਓ ਦੀ ਸਾਊਂਡ ਦੇ ਰਹੇ ਹਾਂ ਬਟ ਇਸ ਨੂੰ ਅਸੀਂ ਓ ਥੋੜੀ ਕਹਿ ਰਹੇ ਹਾਂ. ਇਟਸ ਅ ਡਿਫਰੈਂਟ ਵਰਡ. ਇਹ ਪੰਜਾਬੀ ਭਾਸ਼ਾ ਦਾ ਸ਼ਬਦ ਨਹੀਂ ਹੈ. ਗੁਰੂ ਸਾਹਿਬ ਨੇ ਬੜੇ ਸਾਰੇ ਸ਼ਬਦਾਂ ਨੂੰ ਮਿਲਾ ਕੇ ਇੱਕ ਅੱਖਰ ਬਣਾ ਦਿੱਤਾ ਹੈ ਓੰਕਾਰ. ਤੁਸੀਂ ਇਸ ਨੂੰ ਓੰਕਾਰ ਤੇ ਨਹੀਂ ਪੜ੍ਹਦੇ ਨਾ? ਪੜ੍ਹਦੇ ਹੋ? ਇਸ ਨੂੰ ਕੀ ਪੜ੍ਹਦੇ ਹੋ? ਓ. ਇਸ ਨੂੰ ਕੀ ਪੜ੍ਹਦੇ ਹੋ? ਊੜਾ. ਇਸ ਨੂੰ ਕੀ ਪੜ੍ਹਦੇ ਹੋ? ਊ. ਪਰ ਇਸ ਨੂੰ ਓੰਕਾਰ. ਇਸ ਵਿੱਚ ਜਿਹੜੀ ਇਹ ਲਾਈਨ ਹੈ ਨਾ ਲਾਈਨ ਜਿਹੜੀ ਐਕਸਟਰਾ ਲਾਈਨ ਤੁਸੀਂ ਦੇਖਦੇ ਹੋ ਲਾਈਨ ਨੂੰ ਪੰਜਾਬੀ ਵਿੱਚ ਕਹਿੰਦੇ ਆ ਕਾਰ. ਕਾਰ. ਸੋ ਦਿਸ ਇਜ਼ ਇਨਫਾਈਨਾਈਟ ਲਾਈਨ. ਐਂਡਲੈਸ ਲਾਈਨ ਗੁਰੂ ਸਾਹਿਬ ਨੇ ਲਗਾਈ ਹੈ ਕਿ ਵਾਹਿਗੁਰੂ ਦੀ ਕੋਈ ਸੀਮਾ ਨਹੀਂ ਹੈ. ਨਾਨਕ ਹੋਸੀ ਪੀ ਸੱਚ ਵਾਲੀ ਲਾਈਨ ਹੈ ਕਾਰ. ਔਰ ਇਹ ਓੰਗ ਵਰਡ ਬਣਾਇਆ ਗੁਰੂ ਸਾਹਿਬ ਨੇ ਜਿਹੜਾ ਕਿ ਸਾਨੂੰ ਦੱਸ ਰਿਹਾ ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਪਾਲਣ ਵਾਲਾ ਤੇ ਮਾਰਨ ਵਾਲੀ ਸ਼ਕਤੀ ਇੱਕੋ ਹੈ ਜਿਸ ਨੂੰ ਨਾਮ ਦਿੱਤਾ ਹੈ ਓੰਕਾਰ. ਜਿਹੜੀ ਐਕਸਟਰਾ ਲਾਈਨ ਹੈ ਉਸਦਾ ਮਤਲਬ ਹੈ ਕਾਰ. ਠੀਕ ਹੈ ओके थैंक यू एंड सर प्लीज मैम को कह दो कि अलाउ कर दे बिकॉज वी कैन पिन यू एंड फिर दिखता नहीं है अच्छे से. ਦੇਖੋ ਪਿਨ ਕਰਨ ਦਾ ਸਭ ਤੋਂ ਸੌਖਾ ਤਰੀਕਾ ਮੈਂ ਦੱਸਦਾ. ਤੁਸੀਂ ਆਪਣੀ ਸਕਰੀਨ ਨੂੰ ਲੈਫਟ ਸਵਾਈਪ ਕਰੋਗੇ ਤੇ ਸਿਰਫ ਮੈਂ ਆ ਜਾਵਾਂਗਾ ਸਕਰੀਨ ਤੇ. ਮੈਂ ਔਰ ਤੁਸੀਂ ਆਓਗੇ. ਜਿਹੜਾ ਬੋਲ ਰਿਹਾ ਸਿਰਫ ਉਹ ਸਕਰੀਨ ਤੇ ਆਏਗਾ. ਜ਼ੂਮ ਇਨ ਨਹੀਂ ਕਰ ਸਕਦੇ ਨਾ ਤੁਹਾਨੂੰ ਤੇ ਬਹੁਤ ਛੋਟਾ ਦਿਖਦਾ ਹੈ ਤੱਕ ਵੀ. ਬਟ ਪੂਰਾ ਬੋਰਡ ਤੇ ਸਕਰੀਨ ਤੇ ਆ ਰਿਹਾ. ਜਦੋਂ ਮੈਂ YouTube ਤੇ ਵੀਡੀਓ ਪਾਉਂਦਾ ਉਦੋਂ ਮੈਨੂੰ ਬਿਲਕੁਲ ਕਲੀਅਰ ਦਿਖਦੀ ਹੈ. नहीं छोटे से कुछ लाइट द रिफ्लेक्शन भी आंदे थे कुछ वर्ड्स दिख नहीं पाते. I do agree लाइट द रिफ्लेक्शन है. लाइट द रिफ्लेक्शन इस पासे ਜਿਹੜੇ ਵਰਡ ਸਾਨੂੰ ਨਹੀਂ ਚਾਹੀਦੇ ਇਸੇ ਕਰਕੇ ਮੈਂ ਇਸ ਪਾਸੇ ਲਿਖ ਰਿਹਾ. इस लाइन च लिखते हो तो वो वर्ड सही दिखते. तुसी इस लाइन च भी लिखते हो ते अच्छा ਉਹ ਨਹੀਂ ਦਿਖਦੇ ਇਧਰ. हां जी ਇੱਥੇ ਵੀ ਆ ਰਹੀ ਹੈ ਲਾਈਟ ਦੀ ਰਿਫਲੈਕਸ਼ਨ. ਅੱਛਾ ਤੁਸੀਂ ਮੈਨੂੰ ਹੁਣ ਦੱਸੋ is it fine now? हाँ जी ਹੁਣ ਫਾਈਨ ਆ ਗਈ. बट ਹੁਣ ਠੀਕ ਤੇ ਬਟ ਮੈਨੂੰ ਲੱਗਦਾ ਕਿ ਲਾਈਟ ਡਿਮ ਹੋ ਗਈ ਇਸ ਕਰਕੇ ਮੈਂ ਦੂਸਰੀ ਲਾਈਟ ਚਲਾ ਹੀ ਰੱਖਣਾ. ਚਲੋ ਠੀਕ ਹੈ ਵਾਹਿਗੁਰੂ ਜੀ. ਨੈਕਸਟ ਚਾਂਸ ਗੋਜ਼ ਟੂ ਜਸਲੀਨ ਕੌਰ. ਨਹੀਂ ਸੌਰੀ ਜਿਸ ਦੀ ਵੀਡੀਓ ਆਫ ਹੈ ਉਹਨਾਂ ਨੂੰ ਚਾਂਸ ਨਹੀਂ ਮਿਲੇਗਾ. ਦੀਪਿੰਦਰ ਸਿੰਘ ਜਲਦੀ ਆਪਣੇ ਆਪ ਨੂੰ ਅਨਮਿਊਟ ਕਰਕੇ ਬੋਲਣਾ ਜਿਸ ਦਾ ਨਾਮ ਲਿਆ ਗਿਆ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਵੀਰ ਜੀ ਈਰਖਾ ਦਾ ਮਤਲਬ ਕੀ ਹੈ? ਈਰਖਾ ਦਾ ਮਤਲਬ ਹੈ ਕਿਸੇ ਨਾਲ ਨਫ਼ਰਤ ਕਰਨੀ. ਠੀਕ ਹੈ ਥੈਂਕ ਯੂ. ਮੇਰਾ ਵੀ ਪੁੱਛੋ. ਅਗਲਾ ਕੁਐਸਚਨ ਜਾਂਦਾ ਹੈ. ਅਗਲਾ ਕੁਐਸਚਨ ਜਸਵੀਨ ਕੌਰ. ਜਸਵੀਨ ਕੌਰ ਅਨਮਿਊਟ ਕਰੋ ਜਲਦੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
ਵੀਰ ਜੀ ਮੈਨੂੰ ਨਾ ਮਾਤਰਾ 'ਚ ਪ੍ਰੋਬਲਮ ਹੋ ਰਹੀ ਹੈ, ਮੈਨੂੰ ਮਾਤਰਾ ਸਮਝ ਨਹੀਂ ਆ ਰਹੀਆਂ ਨੇ। ਕਿਹੜੀ ਕਿਹੜੀ ਮਾਤਰਾ ਨਹੀਂ ਆ ਰਹੀ ਸਮਝ? ਸਾਰੀਆਂ ਮਾਤਰਾ ਮੈਨੂੰ ਸਮਝ ਨਹੀਂ ਆ ਰਹੀਆਂ ਸ਼ਾਬਾਸ਼, ਨੇ। ਇਹ ਤੇ ਬਹੁਤ ਹੀ ਅੱਛੀ ਗੱਲ ਹੈ। ਦਿਸ ਸਾਊਂਡਸ ਵੈਰੀ ਅਮੇਜ਼ਿੰਗ। ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਕਿ ਮੈਂ 1-2 ਦਿਨਾਂ ਦੀ ਕਲਾਸ ਪੂਰੀ ਹੋਰ ਲੈ ਲਵਾਂ। ਤੁਸੀਂ ਪਤਾ ਕੀ ਕਰਨਾ ਹੈ, ਤੁਸੀਂ ਪੁਰਾਣਾ ਹੋਮਵਰਕ ਦੇਖਣਾ ਹੈ, ਪੂਰਾ ਵੀਡੀਓਜ਼ ਪੂਰੀ ਦੇਖੋਗੇ। ਵੀਰ ਜੀ ਨੇ ਬੜੇ ਆਰਾਮ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈ। ਫਸਟ ਕੰਪਲੀਟ योर ਹੋਮਵਰਕ और ਫਿਰ ਅਸੀਂ ਗੱਲ ਕਰਾਂਗੇ। ਇਹ ਜਿਹੜੇ 39 ਲਾਲਵਾਨੀ ਕਰਿਸ਼ਮਾ ਹੈ, ਪਹਿਲੇ ਆਪਣੀ ਵੀਡੀਓ ਔਨ ਕਰਾਂਗੇ ਤਾਂ ਚਾਂਸ ਮਿਲੇਗਾ ਇਹਨਾਂ ਨੂੰ। ਜਸਨੂਰ ਕੌਰ, ਅਨਮਿਊਟ योरसेल्फ। ਜਸਨੂਰ ਕੌਰ। ਸਰ ਮੈਨੂੰ ਇਹ ਡਾਊਟ ਹੈ ਕਿ ਜੋ ਪੈਰੀ ਬਿੰਦੀ ਵਾਲੇ ਅੱਖਰ ਹੁੰਦੇ ਹੈ ਉਹਦੇ ਵਿੱਚ ਬਾਕੀ ਸਾਰੇ ਅੱਖਰ ਵਿੱਚ ਕੀ ਫਰਕ ਹੁੰਦਾ ਹੈ? ਵੈਰੀ ਗੁੱਡ, ਵੈਰੀ ਨਾਈਸ ਕੁਐਸਚਨ। ਜੇ ਤੁਸੀਂ ਕੱਲ ਦੀ ਕਲਾਸ ਅਟੈਂਡ ਕੀਤੀ ਹੁੰਦੀ ਪਤਾ ਚੱਲ ਜਾਂਦਾ। ਪੈਰੀ ਪੈਰ ਬਿੰਦੀ ਵਾਲੇ ਅੱਖਰ ਸਿਰਫ ਇਸ ਕਰਕੇ ਯੂਜ਼ ਹੁੰਦੇ ਨੇ, ਉਸ ਵਿੱਚ ਅਸੀਂ ਫਾਰਸੀ ਔਰ ਉਰਦੂ ਦੇ ਸ਼ਬਦ ਬਣਾਉਂਦੇ ਨੇ। ਜਿਵੇਂ ਉਰਦੂ ਦਾ ਇੱਕ ਸ਼ਬਦ ਹੈ ਖਤ, ਪਰ ਐਕਚੁਅਲੀ ਜਦੋਂ ਉਰਦੂ ਲੋਕੀ ਕਸ਼ਮੀਰੀਜ਼ ਜਾਂ ਫਿਰ ਜਿਹੜੇ ਜਿਨ੍ਹਾਂ ਦੀ ਜ਼ਬਾਨ ਉਰਦੂ ਹੈ ਉਹ ਬੋਲਣਗੇ ਤੇ ਉਸ ਨੂੰ ਖਤ ਨਹੀਂ ਬੋਲਣਗੇ, ਉਹ ਇਸ ਤਰ੍ਹਾਂ ਬੋਲਣਗੇ ਖਤ ਖਤ। ਤੇ ਜਿਵੇਂ ਅਸੀਂ ਬੋਲਦੇ ਹਾਂ ਅਖਬਾਰ ਅਖਬਾਰ, ਖਤ ਖਤਾ, ਗੈਰਤ ਬੇਗੈਰਤ। ਜਦੋਂ ਇਸ ਤਰ੍ਹਾਂ ਦੇ ਸ਼ਬਦ ਆਣਗੇ ਤੇ ਉਹਨਾਂ ਦੇ ਪੈਰੀ ਪੈਰ ਬਿੰਦੀ ਆ ਜਾਣ, ਠੀਕ ਹੈ। ਉਰਦੂ ਔਰ ਫਾਰਸੀ ਦੇ ਅੱਖਰ ਸ਼ਬਦ ਜਦੋਂ ਬਣਨਗੇ, ਠੀਕ ਹੈ ਜੀ। ਜਪਮੀਤ ਕੌਰ, ਇਟਸ योर टर्न। अनम्यूट योरसेल्फ। जपमीत। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਨੂੰ ਦੱਸੋ ਕਿ ਆ ਪੈਰੀ ਬਿੰਦੀ ਵਾਲੇ ਸ਼ਬਦ ਦੇ ਨਾਲ ਮਾਤਰਾ ਲੱਗ ਸਕਦੀ ਹੈ ਕਿ ਨਹੀਂ ਲੱਗ ਹਾਂਜੀ ਸਕਦੀ? ਬਿਲਕੁਲ ਨਾਰਮਲ ਮਾਤਰਾ ਵਾ, ਜਿਵੇਂ ਨਾਰਮਲ ਸ਼ਬਦਾਂ ਨਾਲ ਲੱਗਦੀ ਹੈ ਉਸ ਤਰ੍ਹਾਂ ਉਹਨਾਂ ਅੱਖਰਾਂ ਨਾਲ ਵੀ ਲੱਗ ਸਕਦੀ ਹੈ। ਆਮ ਅੱਖਰ ਹੈ ਜਿਵੇਂ ਸੱਸਾ, ਇਸ ਨਾਲ ਜਿਹੜੀ ਮਾਤਰਾ ਲੱਗ ਸਕਦੀ ਹੈ, ਸ਼ੱਸ਼ੇ ਨਾਲ ਵੀ ਉਹ ਮਾਤਰਾ ਲੱਗ ਸਕਦੀ ਹੈ। ਖੱਖਾ ਨਾਲ ਜਿਹੜੀ ਮਾਤਰਾ ਲੱਗ ਸਕਦੀ ਹੈ ਉਹ ਖੱਖੇ ਖੱਖੇ ਨਾਲ ਵੀ ਲੱਗ ਸਕਦੀ ਹੈ, ਠੀਕ ਹੈ। ਵੈਰੀ ਗੁੱਡ ਕੁਐਸਚਨ। ਥੈਂਕ ਯੂ ਸਰ। ਜਿਨ੍ਹਾਂ ਦੇ ਡਾਊਟ ਕਲੀਅਰ ਹੋ ਰਹੇ ਨੇ ਉਹ ਹੈਂਡਸ ਪਲੀਜ਼ ਲੋਅਰ ਡਾਊਨ योर हैंड्स। ਜਿਨ੍ਹਾਂ ਦੇ ਡਾਊਟ ਕਲੀਅਰ ਹੁੰਦੇ ਜਾ ਰਹੇ ਨੇ। ਯੁਵੇਨ ਨਨਵਾਨੀ, ਬੇਟਾ अपने आप ਨੂੰ ਅਨਮਿਊਟ ਕਰੋ। युवेन। सर मेरा क्वेश्चन ये है कि यैया को कैसे बनाते हैं? हाँ बेटा, ये तुसी व्हाट्सएप पे भी मैंने पूछा सी। चलो दोबारा देख लेते हैं कैसे बनाते हैं। ऐसे बनाएंगे हिंदी में य, हिंदी में य ऐसे बनता है, आप बताओ। हाँ। हाँ नहीं कहते हैं, हाँ जी कहते हैं। कोई बड़ा बात करे तो उनको हाँ जी कहते हैं, ठीक है। वेरी गुड। तो पंजाबी में जब बनाएंगे तब भी ऐसे ही बनाएंगे। पहले ऐसे बना लो, आधा य बना लिया। आधा य बनाना आता है? अब बोल ही नहीं रहे हैं, अब हाँ जी भी नहीं बोल रहे हैं। हाँ हाँ ही बोल दो नहीं तो। फिर यहाँ पे एक स्लीपिंग लाइन बनाएंगे, फिर एक स्टैंडिंग लाइन। सिंपल, यैया, ठीक है। ओके। युवराज सिंह, अपने आप को अनम्यूट कर लो। युवराज सिंह, जल्दी पूछ लो। सर वाहिगुरु जी का खालसा, वाहिगुरु जी की फतेह। सत श्री अकाल बोलोगे तो सर कहेंगे बोले सोने हाल, फिर तुसी कहोगे कैसा जवाब दिया, क्योंकि बोले सोने हाल का जवाब ही सत श्री अकाल। ਤੇ ਅਸੀਂ ਤੇ ਫਤਿਹ ਬੁਲਾਉਂਦੇ ਹੁੰਦੇ ਆ। ਹਾਂਜੀ ਪੁੱਛੋ। ਸਰ ਮੈਨੂੰ ਇਹ ਪੁੱਛਣਾ ਸੀ ਕਿ ਇਹ ਜੋ ਚੱਚਾ ਹੁੰਦਾ ਹੈ ਤੇ ਉਸਦੀ ਰਿਲੇਟੇਬਲ ਤੇ ਮੈਨੂੰ ਨਾ ਹਮੇਸ਼ਾ ਜਦ ਵੀ ਮੈਂ ਪੰਜਾਬੀ ਤੇ ਕੋਈ ਵੀ ਸਮਰ ਕੈਂਪ ਹੁੰਦਾ ਤਾਂ ਮੈਨੂੰ ਦਿੱਕਤ ਹੀ ਆਉਂਦੀ ਹੈ, ਤੇ ਮੈਨੂੰ ਉਹ ਸਮਝਾ ਦੋਗੇ ਤੁਸੀਂ? ਕਿਹੜਾ ਦੁਬਾਰਾ? ਚੱਚਾ, ਦੱਦਾ ਤੇ ਉਸਦੇ ਹੋਰ ਸੇਮ। ਦੇਖੋ ਚੱਚਾ, ਦੱਦਾ, ਢੱਡਾ, ਇਹ ਅੱਖਰ ਨੇ ਜਿਹੜੇ ਆਪਸ ਵਿੱਚ ਮਿਲਦੇ ਜੁਲਦੇ। ਚੱਚਾ ਹੈ ਜਦੋਂ ਲਾइन पूरी ऊपर टच कर जाएगी, दद्दा है ਜਦੋਂ लाइन टच नहीं करेगी, और ਢੱਡਾ है ਜਦੋਂ लाइन मुड़ जाएगी। सिंपल। पुराने लेसन्स देखांगे ਤੇ ਸਾਨੂੰ ਸਾਰਾ ਕੁਝ ਕਲੀਅਰ ਹੁੰਦਾ ਜਾਏਗਾ। ਜਿਨ੍ਹਾਂ ਦੇ ਡਾਊਟਸ ਕਲੀਅਰ ਹੋ ਰਹੇ ਨੇ ਪਲੀਜ਼ ਪੁੱਟ ਡਾਊਨ योर हैंड्स। ਓਕੇ ਸਰ, ਥੈਂਕ ਯੂ। सवलीन कौर, सवलीन कौर। यस सर। हाँ जी पूछो। सर मैं डाउट है कि ऊड़े ਨੂੰ ਤੁਸੀਂ कहते हो कि टिप्पी नहीं आती, सिर्फ बिंदी है, तो ਉਹਨੂੰ ਅਧਕ ਵੀ ਨਹੀਂ ਆਂਦਾ ਕਿ? ਊੜੇ ਨੂੰ ਅਧਕ, ਇਹ ਅਧਕ, ਟਿੱਪੀ ਔਰ ਬਿੰਦੀ ਦੇ ਨਿਯਮ ਅਸੀਂ ਅਗਲੇ ਲੈਸਨ ਵਿੱਚ ਸਿੱਖਾਂਗੇ। ਬਹੁਤ ਹੀ ਜੈਨੂਇਨ ਕੁਐਸਚਨ ਸੀ, ਬੜਾ ਅੱਛਾ ਲੱਗਿਆ ਮੈਨੂੰ, ਬਟ ਮੈਂ ਹੁਣੇ ਸਮਝਾ ਦਾਂਗਾ, ਫਿਰ ਤੁਸੀਂ ਅਗਲੇ ਲੈਸਨ ਵਿੱਚ ਕਨਫਿਊਜ਼ ਹੋ ਜਾਓਗੇ ਕਿ ਅਧਕ ਦੇ ਹੋਰ ਵੀ ਤੇ ਨਿਯਮ ਸੀ ਸਰ, ਇਹ ਕਿਉਂ ਨਹੀਂ ਦੱਸੇ। ਤੇ ਇਹ ਅਸੀਂ ਅਗਲੇ ਲੈਸਨ ਵਿੱਚ ਦੇਖਾਂਗੇ। थैंक यू सर। ठीक है, ओके, मोस्ट वेलकम। नेक्स्ट चांस गोज टू बड़े सारे हथ जिन्हां दे कॉमन डाउट्स ने ना, वो भी हथ थल्ले कर लो, और जिन्हां दे डाउट क्लियर होंदे जा रहे हैं प्लीज वो भी अपने हथ थल्ले कर लो, ठीक है।
जिन्हां दी वीडियो ऑन है सिर्फ उन्हां नू चांस मिलेगा। निशवीन कौर, नहीं इन्हां दी वीडियो ऑफ हो गई है फिर तो। निशवीन कौर बेटा अपने आप नू अनम्यूट कर लो। निशवीन कौर, यस सर। हाँ जी। वाहिगुरु जी का खालसा, वाहिगुरु जी वाहिगुरु की जी का फतेह। खालसा, वाहिगुरु जी की फतेह। हाँ जी, बोलो बेटे, आज ही बोलना है, डाउट पूछो। अच्छा, यही डाउट सी कि फतेह बुलानी है, आई गेस सो। चलो अगला डाउट देखते हैं ਅਸੀਂ किसको ला रहे हैं, किसको ला रहे हैं। वाहिगुरु कृपा करन। तरनीत सिंह खंडूजा, अपने आप ਨੂੰ अनम्यूट कर लो। तरनीत सिंह खंडूजा ਤੁਸੀਂ अनम्यूट कर लिया? जी हाँ जी वाहिगुरु जी। इशनान दा मतलब की होंदा है? किस दा बेटा? इशनान का, इशनान का। इशनान दा मतलब हुंदा है कि नहाना। कुमार ब्रिजवानी, अपने आप ਨੂੰ अनम्यूट कर लो। वाहिगुरु जी का खालसा, वाहिगुरु जी की ਵਾਹਿਗੁਰੂ ਜੀ फतेह। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। मैं ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਹੁਣ ਕਿਹਾ ਨਾ ਕਿ ਸਤਿ ਸ੍ਰੀ ਅਕਾਲ ਨਾ ਕਿਹਾ ਕਰੋ, मैंने कहा करो, पर ਉਹ ਦੋਨੋਂ ਜੈਕਾਰੇ 'ਚ ਫਰਕ ਕੀ ਹੈ? ਕਿਉਂਕਿ ਅਸੀਂ ਜਿਨ੍ਹਾਂ ਨੂੰ ਵੀ ਮਿਲਦੇ ਹਾਂ ਤੇ ਅਸੀਂ ਤਾਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ। दिस इज ग्रेट, बहुत ही अच्छा क्वेश्चन है। देखो, सत श्री अकाल जंगी जयकारा, जंगी जयकारा मतलब अपने अंदर ਹੁਲਾਰਾ ਭਰਨ ਲਈ। ਕਦੀ ਜੰਗ ਵਿੱਚ ਜਾਂਦੇ ਸੀ ਨਾ ਗੁਰੂ ਸਾਹਿਬ, ਤੇ ਉਦੋਂ ਸਿੱਖਾਂ ਵਿੱਚ ਜੋਸ਼ ਭਰ ਜਾਏ। ਅਸੀਂ ਦੇਖੇ ਜਦੋਂ ਅਸੀਂ ਬੜੇ ਜੋਸ਼ ਵਿੱਚ ਹੁੰਦੇ ਹਾਂ ਤੇ ਅਸੀਂ ਚਿল্লাਉਂਦੇ ਹਾਂ ਜਾਂ ਉੱਚਾ ਬੋਲਦੇ ਹਾਂ, ਤੇ ਉੱਚਾ ਬੋਲਦੇ ਅਸੀਂ ਮੂੰਹੋਂ ਗਾਲਾਂ ਕੱਢਣੀ ਸ਼ੁਰੂ ਕਰ ਦਿੰਦੇ ਹਾਂ। ਤੁਸੀਂ ਦੇਖਿਆ ਹੋਏਗਾ, ਦੋ ਬੰਦੇ ਖੜੇ ਹੋਣ ਤੇ ਲੜਾਈ ਹੋ ਜਾਏ ਤੇ ਉਹਨਾਂ ਦੇ ਮੂੰਹੋਂ ਗਾਲਾਂ ਨਿਕਲਣੀਆਂ ਸ਼ੁਰੂ ਹੋ ਜਾਣ, ਕਿਉਂਕਿ ਉੱਚਾ ਬੋਲਣਗੇ। ਤੇ ਗੁਰੂ ਸਾਹਿਬ ਨੇ ਉਸ ਜੋਸ਼ ਨੂੰ ਕੰਟਰੋਲ ਕਰਨ ਲਈ ਇੱਕ ਜੰਗੀ ਜੈਕਾਰਾ ਦੇ ਦਿੱਤਾ ਕਿ ਤੁਸੀਂ ਜੋਸ਼ ਵਿੱਚ ਆਓ ਤੇ ਜੈਕਾਰਾ ਬੁਲਾਓ ਉੱਚਾ ਜਿਹਾ, ਬੋਲੇ ਸੋ ਨਿਹਾਲ, ਤੇ ਅਸੀਂ ਜਵਾਬ ਵਿੱਚ ਦਈਏ ਸਤਿ ਸ਼੍ਰੀ ਅਕਾਲ। ਪਰ ਜਦੋਂ ਸਿੱਖ ਨੂੰ ਮਿਲੇ, ਕੋਈ ਮਾਰਕਾਟ ਮਚੀ ਹੋਈ ਹੈ, ਉਦੋਂ ਸਿੱਖ ਮਿਲ ਰਹੇ ਤੇ ਆਏ ਇੱਕ ਸੁਣ ਤੇਰੇ ਮੂੰਹ ਤੇ ਇਸ ਤਰ੍ਹਾਂ ਤੇ ਨਹੀਂ ਹੋ ਰਿਹਾ ਨਾ, ਹੱਥੋਂ ਪਾਈ ਪੈਰੀ। ਸਿੱਖ ਨੂੰ ਮਿਲੇ ਤੇ ਬੜੇ ਪ੍ਰੇਮ ਨਾਲ ਸਾਨੂੰ ਵਾਹਿਗੁਰੂ ਚੇਤੇ ਆਉਣਾ ਚਾਹੀਦਾ, ਤੇ ਇਸ ਕਰਕੇ ਅਸੀਂ ਹੱਥ ਜੋੜ ਕੇ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਅੱਛਾ ਸਵਾਲ ਸੀ ਜੀ। ਪਰ ਅਸੀਂ ਬੋਲੇ ਸੋ ਨਿਹਾਲ ਦਾ ਜਦੋਂ ਦੇਖਾਂਗੇ ਤੇ ਉਸ ਵਿੱਚ ਜੰਗੀ ਜੈਕਾਰੇ ਦਾ ਮਤਲਬ ਇਹ ਹੈ ਕਿ ਉਹ ਨਿਹਾਲ ਹੋ ਜਾਏਗਾ ਜਿਹੜਾ ਬੋਲੇਗਾ। ਕੀ ਬੋਲੇਗਾ? ਸਤਿ ਸ਼੍ਰੀ ਅਕਾਲ, ਕਿ ਵਾਹਿਗੁਰੂ ਸੱਚ ਹੈ। ਠੀਕ ਹੈ, ਇਹ ਬੜਾ ਅੱਛਾ ਸਵਾਲ ਸੀ ਜੀ। ਅਗਲਾ ਸਵਾਲ ਅਸੀਂ ਲੈਂਦੇ ਹਾਂ, ਉਸ ਤੋਂ ਬਾਅਦ ਕਲਾਸ ਐਂਡ ਕਰ ਰਹੇ ਹਾਂ। गौरव खंडूजा, गौरव खंडूजा जल्दी अनम्यूट करो अपने आप को। ਵੀਰ ਜੀ ਵਾਹਿਗੁਰੂ ਜੀ का खालसा, वाहिगुरु जी की वाहिगुरु फतेह। जी का खालसा, वाहिगुरु जी की फतेह जी हो। वीर जी आपने जो ये उल्लू लिखवाया था ना, तो मुझे ना वो समझ में नहीं आया कि वो कैसे लिखा, मतलब कि वो कैसे लिखा जा रहा है, मतलब कि उसका वे। देखते हैं, ये देखिए हिंदी में पहले, अगर कोई पंजाबी में हमने शब्द सीखना है ना बनाना, सबसे पहले उसको हिंदी में सीखेंगे। मैं थोड़ा बड़ा हाँ जी। लिखूंगा क्योंकि शायद मेरी स्क्रीन छोटी हो चुकी होगी। हाँ जी। ऐसे ज्यादा ही बड़ा हो गया, अब ये बोर्ड पे ही नहीं आएगा। मुझे कुछ नहीं इरेज कोई नहीं करना दिख रहा है, पड़ेगा। आप छोटा छोटा लिख दो चाहे। ठीक है, हिंदी में हम पहले उसको बना लेंगे। हिंदी में मैं ऐसे बनाऊंगा, छोटा ऊ, आधा ल, पूरा ल और बड़ा ऊ, उल्लू, ऐसे बनाऊंगा। हाँ जी। अब इसको पंजाबी में बनाना सीखते हैं। छोटा ऊ की जगह पंजाबी में ऊड़ा है जिसको औंकड़ है, ये छोटा ऊ होता है, राइट? अभी हमने सीखा, हाँ जी। यही सीखा हमने। हाँ जी। तो बस वही बनाएंगे, ऊड़ा बनाएंगे, छोटे ऊ की जगह नीचे औंकड़ डाल। आधा अक्षर पंजाबी में होता है, आप मुझे बताएंगे, होता है? नहीं। नहीं होता। तो आधे अक्षर की जगह हमने क्या सीखा है? अद्धक। आधे अक्षर की जगह अद्धक आ गई, पूरा ल की जगह पूरा ल, बड़े ओ की मात्रा की जगह बड़ा ऊ, उल्लू। हाँ जी। समझ आया आपको? हाँ जी। एक और मैं आपको एक एग्जांपल देता हूँ, बिल्कुल क्लियर हो जाएगा। मैं लिख रहा हूं दिल्ली, देखिए द को छोटी ई की मात्रा, पंजाबी में दद्दा बनाया, छोटी ई की मात्रा लगा दी। अब आधा ल, पंजाबी में आधे का तो कोई रिवाज ही नहीं है, तो यहाँ पे भी आ हाँ जी। जाएगी अद्धक। पूरे ल की जगह पूरा ल, बड़ी ई की मात्रा की जगह बड़ी, दिल्ली। समझ हाँ आया? जी। हाँ जी। पर यहाँ पे भी एक्सेप्शन है। एक्सेप्शन क्या है? एक्सेप्शन देखनी बहुत जरूरी। अगर मैं लिख रहा हूं कोई ऐसा अक्षर, जैसे कल मेरे को उन्होंने भेजा था, सिख मिट्टी ध्यान, हाँ, अब है ध्यान, आधा ध से बात शुरू हो रही है,
अब आधे अक्षर का तो कोई प्रावधान नहीं है, जैसे हमने सीख ही लिया आधा अक्षर कुछ भी नहीं होता। हाँ जी। बट आधे ध की जगह आप स्टार्टिंग में तो अद्धक डाल ही नहीं सकते, तो इसलिए यहाँ पे ध पूरा आएगा। य जो है वो य की जगह छोटी ई की मात्रा और एड़ा बन जाएगा, जो हमने कल का रूल सीखा, अ की जगह अ, न की जगह न। तो हमने क्या समझा यहाँ से, हमने ये सीखा कि आधे अक्षर के बाद जब वही अच्छा। अक्षर पूरा होगा, दोबारा समझेंगे इस चीज को ध्यान से और अपने माइंड में सेट करेंगे, जब आधे अक्षर के बाद उसी अक्षर जी। का पूरा अक्षर यूज हुआ होगा तभी अद्धक आएगी। आधा ल के बाद पूरा ल है तभी अद्धक यूज हो सकती है। समझ आ गई आपको? हाँ जी। ठीक है जी, बस मैंने यही समझाना था और मुझे उम्मीद है आपको क्लियर हो गया होगा डाउट। हाँ जी। शुक्र है जी वाहिगुरु जी का। चलो एक डाउट और उसके बाद हम क्लास को एंड करेंगे। बाकी डाउट्स मेरे नंबर पे व्हाट्सएप कर सकते हैं, बट उससे पहले मैं पूछूंगा क्या आपने होमवर्क किया है। अब डाउट ले रहे हैं हम कुलबिंदर सिंह से। कुलबिंदर सिंह अपने आप को अनम्यूट करिए बच्चे। कुलबिंदर सिंह जी। वाहिगुरु जी का खालसा वाहिगुरु जी का खालसा वाहिगुरु जी की फतेह। सर थत्ते और खक्के ਵਿੱਚ ਕੀ ਫਰਕ ਆ? ਬੇਟੇ ਤੁਸੀਂ ਲੈਸਨ ਨਹੀਂ ਦੇਖੇ? ਪਤਾ ਹੈ ਤੁਸੀਂ ਨਾ ਇਸ ਚੀਜ਼ ਦਾ ਅਸੀਂ ਕਈ ਵਾਰ ਨਾਜਾਇਜ਼ ਫਾਇਦਾ ਉਠਾ ਲੈਂਦੇ ਆ ਕਿ ਸਰ ਗੁੱਸਾ ਨਹੀਂ ਕਰ, ਹੈਨਾ। ਜਦੋਂ ਅਸੀਂ ਪੁਰਾਣੇ ਲੈਸਨਸ ਦੇਖਾਂਗੇ ਤੇ ਉਸੇ ਸਾਨੂੰ ਖੱਖੇ ਔਰ ਥੱਥੇ ਦਾ ਫਰਕ ਸਰ ਨੇ ਸਮਝਾਇਆ, ਖੱਖੇ ਦਾ ਮੂੰਹ ਖੁੱਲਾ ਔਰ ਥੱਥੇ ਥਰਮਸ ਦਾ ਮੂੰਹ ਬੰਦ। ਪੁਰਾਣੇ ਲੈਸਨ ਦੇਖਣੇ ਨੇ, ਉਸ ਤੋਂ ਬਾਅਦ ਕੋਈ ਡਾਊਟ ਪੁੱਛਣਾ ਹੈ, ਠੀਕ ਹੈ। ओके ਲੈਸਨ ਕੰਪਲੀਟ ਨਹੀਂ ਕਰਾਂਗੇ ਤੇ ਫਿਰ ਅਸੀਂ ਕੋਈ ਡਾਊਟ ਨਹੀਂ ਲਾਂਗੇ, ਠੀਕ ठीक है ਹੈ। सर। हरजप कौर, अनम्यूट योरसेल्फ। हरजप कौर। हाँ जी यस सर। सर हाँ आई जी। हैव अ डाउट दैट सर मेरे को एक डाउट है कि ਅਸੀਂ जैसे ਤੁਸੀਂ ਸਮਝਾਇਆ ਹੈ कि सिर्फ ई ਦੇ साथ लग सकती है मुक्ता, तो ऊड़ा ऊड़ा ਦੇ साथ नहीं लग सकती? ऊड़ा ते एड़ा चलो ये देखो एरिया उड़ा, इसे ईड़ी किधर लगा है? कोई स्पेस इधर ईडी लगा दी, इधर ऊपर लगा है इसका नहीं सिहारी मैं पूछ बन रही गया ऐसे। हूँ मुक्ता मुक्ता नहीं ये मुक्ता नहीं आ मुक्ता सकता, लग सकता है? ओड़ा और ईडी मुक्ता नहीं आ सकती, ठीक है। ये रूल ਹੁੰਦਾ है, ओके थैंक यू समझ आ गए? ओके सो ਮੈਨੂੰ ਉਮੀਦ ਹੈ ਕਾਫੀ ਸਾਰੇ ਡਾਊਟਸ ਕਲੀਅਰ ਹੋ ਗਏ ਹੋਣਗੇ। ਅੱਜ ਤੁਸੀਂ ਹੋਮਵਰਕ ਕੰਪਲੀਟ ਕਰੋਗੇ, ਚੈਨਲ ਤੇ ਜਾ ਕੇ ਸਬਸਕ੍ਰਾਈਬ ਕਰੋ, ਚੈਨਲ ਨੂੰ ਬੈਲ ਆਈਕਨ ਵਿੱਚ ਆਲ ਪ੍ਰੈਸ ਕਰੋ, ਇਸ ਚੈਨਲ ਨੂੰ ਹੋਰਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਜੇ ਉਹਨਾਂ ਦੇ ਕੋਈ ਲੈਸਨ ਮਿਸ ਹੋ ਗਏ ਹੋਣ ਜਾਂ ਉਹ ਕੋਈ ਹੋਰ ਸਿੱਖਣਾ ਚਾਹ ਰਹੇ ਹੋ ਸਟਾਰਟਿੰਗ ਤੋਂ ਤੇ ਉਹ ਸਿੱਖ ਸਕਦੇ ਹਨ। ਚੈਨਲ ਵਿੱਚ ਤੁਸੀਂ ਪੰਜਾਬੀ ਵੀ ਸਿੱਖ ਸਕਦੇ ਹੋ, ਜਿਵੇਂ ਅਸੀਂ ਸਿੱਖ ਹੀ ਰਹੇ ਹਾਂ ਸਟਾਰਟਿੰਗ ਤੋਂ ਲੈਸਨ ਪਏ। ਇਸ ਤੋਂ ਇਲਾਵਾ ਹਾਰਮੋਨੀਅਮ ਦੀ ਵੀ ਲੈਸਨਸ ਪਏ, ਤੁਸੀਂ ਹਾਰਮੋਨੀਅਮ ਜੋ ਡੇ 1 ਤੋਂ ਸਿੱਖਣਾ ਉਹ ਵੀ ਲੈਸਨਸ ਪਾਏ। ਤੁਸੀਂ ਹੋਮਵਰਕ ਕੰਪਲੀਟ ਕਰਨਾ ਹੈ, ਇਸ ਨੰਬਰ ਤੇ ਤੁਸੀਂ WhatsApp ਤੇ ਡਾਊਟ ਪੁੱਛ ਸਕਦੇ ਹੋ। ਔਰ ਅਗਰ ਕੋਈ ਪੰਜਾਬੀ ਦੀ ਕੋਈ ਕਵਿਤਾ ਜਾਂ ਲੈਕਚਰ ਡਿਲੀਵਰ ਕਰਨਾ ਚਾਹ ਰਿਹਾ 5-10 ਮਿੰਟ ਦਾ ਤੇ ਅਸੀਂ ਉਹਨਾਂ ਨੂੰ ਐਕਸਪੋਜ਼ਰ ਦੇਵਾਂਗੇ। ਐਕਸਪੋਜ਼ਰ ਕਿਸ ਤਰ੍ਹਾਂ ਮਿਲੇਗਾ? 5-10 ਮਿੰਟ ਦਾ ਟਾਈਮ ਮਿਲੇਗਾ, ਫੇਸਬੁੱਕ ਤੇ ਉਹਨਾਂ ਨੂੰ ਲਾਈਵ ਕਰ ਦਾਂਗੇ, ਬਟ ਉਹ ਪਹਿਲੇ ਇੱਕ ਦਿਨ ਪ੍ਰਾਇਰ ਸਾਨੂੰ ਦੱਸਣਾ ਪਏਗਾ, ਠੀਕ ਹੈ। ਸੋ ਅੱਜ ਦੀ ਕਲਾਸ ਨੂੰ ਇੱਧਰ ਹੀ ਖਤਮ ਕਰਦੇ ਹਾਂ। ਬਟ ਦੋ ਚੀਜ਼ਾਂ, ਇੱਕ ਚੀਜ਼ ਅਸੀਂ ਬੋਲਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ, ਕਈ ਵਾਰ ਬੋਲਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਇਟਸ ਨਾਟ ਦਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਠੀਕ ਹੈ। करेक्ट प्रोनाउंसिएशन होनी चाहिए, ठीक है। समझ आ गई? और दूसरी चीज, ਅਸੀਂ रोज किन्ने मिनट सिमरन करके आएंगे क्लास ਵਿੱਚ? ਘੱਟੋ ਘੱਟ 6 ਮਿੰਟਸ ਐਟ ਲੀਸਟ, ਜਿਹੜੇ ਵੀ ਧਰਮ ਨੂੰ ਬਿਲੋਂਗ ਕਰਦੇ ਆ। ਵਾਹਿਗੁਰੂ ਇਜ਼ ਕਾਮਨ ਫॉर ਆਲ, ਵਾਹਿਗੁਰੂ ਨਾਮ ਦਾ ਸਿਮਰਨ ਕਰ ਸਕਦੇ ਹਾਂ। ਬਟ ਤੁਹਾਨੂੰ ਲੱਗ ਰਿਹਾ ਕਿ ਨਹੀਂ ਹਮੇ ਵਾਹਿਗੁਰੂ ਨਹੀਂ ਸਿਮਰਨਾ, ਅਸੀਂ ਹਿੰਦੂ ਧਰਮ ਵਿੱਚ ਆ, ਅਸੀਂ ਇਸਲਾਮ ਧਰਮ ਵਿੱਚ ਆ, ਤੇ ਹਿੰਦੂ ਧਰਮ ਵਿੱਚ ਤੇ ਤੁਸੀਂ ਓਮ ਨਾਮ ਦੀ ਮੈਡੀਟੇਸ਼ਨ ਕਰਨੀ ਹੈ। ਓਮ ਓਮ। ਤੇ ਜੇ ਇਸਲਾਮ ਧਰਮ ਨੂੰ ਫੋਲੋ ਕਰ ਰਹੇ ਹੋ ਤੇ ਤੁਸੀਂ ਅੱਲਾਹੁ ਅੱਲਾਹੁ, ਇਹ ਮੈਡੀਟੇਸ਼ਨ ਕਰਨੀ ਹੈ ਘੱਟੋ ਘੱਟ 6 ਮਿੰਟਸ। ਇਸ ਨਾਲ ਸਾਡੀ ਕਨਸੈਂਟਰੇਸ਼ਨ ਵਧੇਗੀ ਔਰ ਸਾਨੂੰ ਜੀਵਨ ਦਾ ਸਹੀ ਮਕਸਦ ਸਮਝ ਆਏਗਾ, ਠੀਕ ਹੈ। ਆਓ 5 ਟਾਈਮਸ ਵਾਹਿਗੁਰੂ ਕਰਕੇ ਫਿਰ ਕਲਾਸ ਨੂੰ ਐਂਡ ਕਰਦੇ ਹਾਂ। ਜੁਆਇਨ ਯਰ ਹੈਂਡਸ। ਵਾਹਿਗੁਰੂ 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 ਵਾਹਿਗੁਰੂ
5-6 ਮਿੰਟਸ ਦਾ ਅਲਾਰਮ ਲਗਾ ਕੇ ਮੋਬਾਈਲ ਨੂੰ ਕੋਨੇ ਤੇ ਰੱਖਣਾ। ਉਦੋਂ ਤੱਕ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਸਿਮਰਦੇ ਰਹਾਂਗੇ, ਜਪਦੇ ਰਹਾਂਗੇ, ਬੋਲਦੇ ਰਹਾਂਗੇ ਜਦ ਤੱਕ ਅਲਾਰਮ ਨਹੀਂ ਵੱਜਦਾ। ਠੀਕ ਹੈ, ਇਤਨੀ ਮੈਡੀਟੇਸ਼ਨ ਕਰਾਂਗੇ ਤੁਸੀਂ ਆਪੇ ਦੇਖੋਗੇ ਕਿ ਮਾਈਂਡ ਬੜਾ ਸੌਰਟ ਹੁੰਦਾ ਜਾ ਰਿਹਾ, ਥਾਟਸ ਪੋਜ਼ਿਟਿਵ ਹੁੰਦੇ ਜਾਣ। ਸੋ ਇਸੇ ਉਮੀਦ ਨਾਲ ਅਸੀਂ ਵਾਹਿਗੁਰੂ ਜੀ ਨੂੰ ਪ੍ਰੇ ਕਰਦੇ ਹਾਂ ਕਿ ਸਾਡੇ ਤੋਂ ਲੈਸਨ ਡਿਲੀਵਰ ਕਰਵਾ ਲੈਣ ਔਰ ਆਪ ਲੈਸਨ ਆਰਾਮ ਨਾਲ ਸਮਝ ਲਓ। ਕੱਲ ਮਿਲਾਂਗੇ ਜੋਸ਼ ਨਾਲ, ਵਾਹਿਗੁਰੂ ਕਿਰਪਾ ਕਰਨ। ਇੱਕ ਨਿਊ ਲੈਸਨ ਲੈ ਕੇ ਹੋਮਵਰਕ ਕੰਪਲੀਟ ਕਰਨਾ ਸਾਰਿਆਂ ਨੇ। ਓਕੇ, ਅੱਜ ਦਾ ਹੋਮਵਰਕ ਸਾਰੇ ਦੇਖਣਗੇ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। आओ गज वज के फतेह बुलाइए जी, तो क्लास में एंड करिए। वाहेगुरु जी का खालसा, वाहेगुरु जी की फतेह।